हाँ जी, अज आप ਸਕੈਦਾ ਕਰਾਂਗੇ। ਭੈਣ ਜੀ ਉਹਨਾਂ ਨੇ ਪਾਸ ਕੀਤਾ ਜ਼ੀਰੋ ਗਲਤੀ ਤੋਂ 28 ਤਰੀਕ ਨੂੰ, ਮਤਲਬ ਕੱਲ ਹੀ ਪਾਸ ਕੀਤਾ ਹੈ। ਤੇ ਭੈਣ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਬਾਕੀ ਜਿੱਦਾਂ ਕਿ ਆਪਾਂ ਹੁਣ ਦੇਖੋ ਸਭ ਸਾਰੇ ਪਾਸ ਨਹੀਂ ਹੋ ਜਾਂਦੇ ਹਨਾ, ਤਾਂ ਕਈ ਵਾਰ ਕੋਈ ਫੇਲ ਵੀ ਹੋ ਜਾਂਦਾ, ਤਾਂ ਉਸ ਵਾਸਤੇ ਮੈਂ ਥੋੜਾ ਜਿਹਾ ਕਹਿਣਾ ਚਾਹੁੰਦਾ ਸੀਗਾ। ਦੇਖੋ ਹਰ ਜਿੱਦਾਂ ਲਿਖਿਆ ਹੋਇਆ ਹੋਪ ਫॉर द बेस्ट बट प्रिपेयर फॉर द वर्स्ट, मतलब ਚੰਗੇ ਦੀ ਉਮੀਦ ਕਰੋ ਹੈ ਨਾ। ਆਪਾਂ ਹਮੇਸ਼ਾ ਪੇਪਰ ਦੇਣ ਜਾਣਾ ਆਪਾਂ ਸੋਚ ਕੇ, ਕਿਉਂਕਿ ਮਿਹਨਤ ਕੀਤੀ ਹੈ ਨਹੀਂ ਤੇ ਆਪਾਂ ਇਹਦੀ ਉਮੀਦ ਕਰਕੇ ਜਾਵਾਂਗੇ ਕਿ ਰਿਜ਼ਲਟ ਵਧੀਆ ਹੋਊਗਾ। ਪਰ ਨਾਲ ਦੀ ਨਾਲ ਇਹ ਵੀ ਤਿਆਰ ਦਿਮਾਗ 'ਚ ਰੱਖਣਾ ਕਿ ਜੇ ਬਾਈ ਚਾਂਸ ਗਲਤੀਆਂ ਹੋ ਜਾਂਦੀਆਂ 4 ਜਾਂ ਵੱਧ ਵੀ ਹੋ ਜਾਂਦੀਆਂ ਤਾਂ ਮੈਂ ਉਹਦੇ ਵਾਸਤੇ ਵੀ ਪ੍ਰਿਪੇਅਰ ਹੈਗਾ। ਇਹ ਨਹੀਂ ਦਿਲ ਛੱਡ ਜਾਣਾ, ਕਿਉਂਕਿ 10 ਚੋਂ ਕਿ 3 ਹੀ ਪਾਸ ਹੁੰਦੇ ਹੋਗੇ, 7 ਜਣੇ ਫੇਲ ਵੀ ਤਾਂ ਹੁੰਦੇ ਹੋਗੇ, ਕਿਉਂਕਿ ਫੇਲ ਦਾ ਪਰਸੈਂਟੇਜ ਜ਼ਿਆਦਾ ਹੀ ਹੈ। ਬਾਕੀ ਚਲੋ ਮਿਹਨਤ ਆਪਾਂ ਤਾਂ ਕਹਿੰਦੇ ਪਹਿਲੀ ਵਾਰ 'ਚ ਹੋ ਜਾਵੇ, ਪਰ ਇਹਦੇ ਵਾਸਤੇ ਵੀ ਤਿਆਰ ਰੱਖਣਾ ਆਪਣੇ ਆਪ ਨੂੰ, ਕਿਉਂਕਿ ਇਹ ਜ਼ਿਆਦਾ ਜ਼ਰੂਰੀ ਹੈ। ਇਹਦੀ ਫੇਲ ਹੋਣ ਦੀ ਤਿਆਰੀ ਵੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬੰਦਾ ਟੈਨਸ਼ਨ 'ਚ ਜ਼ਿਆਦਾ ਪ੍ਰੋਬਲਮ ਹੀ ਹੋਗੀ, ਉਹਦਾ ਫਾਇਦਾ ਕੋਈ ਨਹੀਂ ਹੈ ਨਾ। ਤਾਂ ਇਹ ਜ਼ਰੂਰ ਆਪਣਾ ਰੱਖਿਓ, ਕਿਉਂਕਿ ਜਿਹੜੇ ਫੇਲ ਹੋ ਜਾਂਦੇ ਆ ਹਰ ਬੰਦਾ ਹੁੰਦਾ ਹੀ ਹੈ ਨਾ, ਪੇਪਰ 'ਚ ਨਹੀਂ ਹੋਊਗਾ, ਕਿਸੇ ਹੋਰ ਮਾਮਲੇ 'ਚ ਫੇਲ ਹੋਊਗਾ। ਤਾਂ ਮੈਂ ਇਹ ਜ਼ਰੂਰ ਕਹੂੰਗਾ ਕਿ ਆਪਣੀ ਤਿਆਰੀ ਇਸ 'ਤੇ ਵੀ ਧਿਆਨ 'ਚ ਰੱਖਿਓ ਕਿ ਬਾਈ ਚਾਂਸ ਜੇ ਕੁਝ ਨਹੀਂ ਹੁੰਦਾ ਤਾਂ ਮੈਂ ਉਹਦੇ ਵਾਸਤੇ ਵੀ ਤਿਆਰ ਹਾਂ। ਮੈਂ ਫਿਰ ਉਸ ਤੋਂ ਬਾਅਦ ਇੱਦਾਂ ਤਿਆਰੀ ਕਰੂੰਗਾ ਜਾਂ ਕਰੂੰਗੀ। ਤੇ ਠੀਕ ਹੈ ਜੀ। ਬਾਕੀ ਵੀਡੀਓ ਦੇ ਐਂਡ ਵਿੱਚ ਛੋਟਾ ਜਿਹਾ ਇੱਕ ਮੈਂ ਮੈਸੇਜ ਵੀ ਦੇਣਾ ਹੈ। ਤੇ ਚਲੋ ਜੀ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ, il controllo dei freni che producono rumore। ਪਹਿਲਾਂ ਮੈਂ ਥੋੜਾ ਬੋਲਦਾ ਚੱਲੂੰਗਾ। ਚੈਕਿੰਗ ਬ੍ਰੇਕਾਂ ਦੀ ਜਿਹੜੀਆਂ ਪ੍ਰੋਡਿਊਸ ਕਰਦੀਆਂ ਸ਼ੋਰ, ਯਾਨੀ ਕਿ ਆਵਾਜ਼ ਆਉਂਦੀ ਪਈ, ਆਪਾਂ ਬ੍ਰੇਕ ਮਾਰਦੇ ਆਵਾਜ਼ ਚੀਜ਼ ਹੀ ਕਰਦੀਆਂ, ਤੇ ਉਹਦਾ ਕੰਟਰੋਲੋ ਕਰਾ ਲਿਆ, ਚੈੱਕ ਕਰਾ ਲਿਆ। oltre a aumentare la sicurezza, ਸਿਕਿਉਰਿਟੀ ਵਧਾਉਣ ਤੋਂ ਇਲਾਵਾ ਪੋ ridurre ਘਟ ਸਕਦੀ ਹੈ la rumorosità del veicolo, ਗੱਡੀ ਦਾ ਸ਼ੋਰ। ਹੁਣ ਦੱਸੋ। ਇਹ ਸਵਾਲ ਵੇਰੋ ਹੈ, ਕਿਉਂਕਿ ਚੈਕਿੰਗ ਕਰਾ ਲੈਣੇ ਜੇ ਬ੍ਰੇਕਾਂ ਦੀ ਜਿਹੜੀਆਂ ਸ਼ੋਰ ਕਰਦੀਆਂ, ਸਿਕਿਉਰਿਟੀ ਵੀ ਵੱਧ ਗਈ, ਸ਼ੋਰ ਵੀ ਘਟ ਗਿਆ, ਹੈ ਨਾ। ਦੋ ਚੀਜ਼ਾਂ ਹੋ ਗਈਆਂ ਤੇ ਗੱਲ ਠੀਕ ਹੈ। ਤੇ ਜਿੱਦਾਂ ਕਹਦੀ ਗੱਡੀ ਗੰਦੀ ਹੈਗੀ ਹੈ, ਨੋਰਮਲ ਜੇ ਕਈ ਵਾਰ ਐਗਜ਼ਾਮਪਲ ਯਾਦ ਰਹਿ ਜਾਂਦਾ, ਗੱਡੀ ਗੰਦੀ ਹੈ ਧੋ ਕੇ ਤੇ ਕੀ ਇੱਕ ਤਾਂ ਸੋਹਣੀ ਵੀ ਲੱਗਣ ਲੱਗ ਗਈ ਹੈ, ਪਲੱਸ ਉਹਦੀ ਜਿਹੜੀ ਰੰਗ ਦੀ ਲਾਈਫ ਵੀ ਵੱਧ ਗਈ, ਦੋ ਕੰਮਾਂ ਹੋ ਗਈਆਂ। ਉਹੀ ਹੈ, ਗੱਡੀ ਨੂੰ ਧੋਣਾ ਸੋਹਣਾ ਵੀ ਬਣਾਉਂਦਾ, ਪਲੱਸ ਜਿਹੜਾ ਉਹਦੀ ਲਾਈਫ ਵੱਧ ਜਾਂਦੀ ਉਹ ਤਾਂ ਵੱਖਰਾ। ਉੱਦਾਂ ਹੀ ਹੈ ਚੈਕਿੰਗ ਬ੍ਰੇਕਾਂ ਦੀ। ਤੇ ਕਈ ਵਾਰ ਸਵਾਲ ਭੁੱਲ ਜਾਂਦਾ, ਕਈ ਵਾਰ ਕਿਉਂਕਿ ਪੁੱਛਦੇ ਰਹਿੰਦੇ, ਤਾਂ ਇਹ ਪਹਿਲਾ ਸਵਾਲ ਆਪਣਾ ਠੀਕ ਹੈ। ਦੂਸਰਾ ਸਵਾਲ, il segnale raffigurato può essere posto ਲੱਗ ਸਕਦਾ ਹੈ nelle vicinanze ਨੇੜੇ di giardini pubblici frequentati da bambini, ਜਿੱਥੇ ਜ਼ਿਆਦਾ ਬੱਚੇ ਹੈ। ਇਹ ਸਵਾਲ ਵੇਰੋ, ਇਹ ਤਾਂ ਸੌਖਾ ਹੀ ਹੈ ਨਾ। ਇਹ ਉਹੀ ਏਰੀਆ ਜਿਹੜਾ ਬੱਚਿਆਂ ਦਾ ਏਰੀਆ। ਇਹ ਕਿਹੜੇ ਹੋ ਸਕਦੇ ਆ? ਜਰਦੀਨੀ ਪਬਲਿਸ਼ੀ, ਸਕੋਲਾ ਹੋ ਸਕਦਾ ਹੈ, ਕੰਪੋ ਜੋਕੀ ਖੇਲ ਦਾ ਗਰਾਊਂਡ ਹੋ ਸਕਦਾ ਹੈ। ਤੇ ਇਹ ਤਾਂ ਹੋ ਗਿਆ 10 ਤਾਂ। ਕਰਨਾ ਕੀ ਹੈ? ਮੁਦਰਾਰੇ ਲਾ ਬਿਲੋਚੀ ਤਾਂ। ਤੇ ਹੋਰ ਕੀ ਕਰਨਾ ਹੈ? ਥੋੜਾ ਜਿਹਾ ਬੱਚਿਆਂ ਤੇ ਧਿਆਨ ਕਰਨਾ ਹੈ। ਬੱਚਿਆਂ ਦੇ ਵਿਹਾਰ ਕਿਹੜੇ ਹੁੰਦੇ ਆ, ਕੰਪੋਰਟਾਮੈਂਟੀ ਬੱਚਿਆਂ ਦੇ ਕਿਹੜੇ ਹੁੰਦੇ ਆ? ਇੰਪਰੂਡੈਂਟੀ, ਇੰਪਰੋਵਿਜ਼ਾਮੈਂਟੇ, ਇੰਪ੍ਰੇਵੇਦੀਬਲੀ, ਅਚਾਨਕ ਕੁਝ ਵੀ ਆ ਸਕਦੇ ਆ। ਤਾਂ ਇਹ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ, ਬਸ ਇੰਨੀ ਗੱਲ ਹੈ। 2 ਨੰਬਰ ਹਾਂ, ਤੇ ਇਹ ਵੇਰੋ ਆ ਗਿਆ ਜੀ। ਚਲੋ ਜੀ, ਤੀਸਰਾ ਸਵਾਲ, ਇਨ ਪ੍ਰੈਜ਼ੈਂਸਾ del segnale raffigurato, ਇਸ ਸਿਗਨਲ ਦੀ ਮੌਜੂਦਗੀ ਚ è consentito il sorpasso, allowed a overtake di veicoli a braccia। ਤਾਂ ਇਹਦੇ ਵਿੱਚ ਅਲਾਉਡ ਹੈ ਓਵਰਟੇਕ ਵੀਕੋਲੀ ਬਰਾਚਾ, ਯਾਨੀ ਕਿ ਬਾਹਾਂ ਵਾਲੀਆਂ ਜਿਹਨਾਂ ਨੂੰ ਬਾਹਾਂ ਨਾਲ ਚਲਾਉਂਦੇ ਆ। ਤੇ ਇਹ ਗੱਲ ਠੀਕ ਹੈ। ਤਾਂ ਸਾਨੂੰ ਪਤਾ ਹੈ ਅਲਾਉਡ ਕਿਹਨਾਂ ਨੂੰ ਇਹਦੇ ਵਿੱਚ ਅਲਾਉਡ ਹੈਗਾ ਮੋਟਰਸਾਈਕਲ, ਸਾਈਕਲ ਜਾਂ ਬਿਨਾ ਮੋਟਰਸਾਈਕਲ ਜਾਂ ਬਿਨਾ ਮੋਟਰ, ਇੱਦਾਂ ਕਹਿ ਲਓ ਸੈਂਸਾ ਮਤੋਰੇ, ਉਹਨਾਂ ਨੂੰ ਤਾਂ ਕਰ ਸਕਦੇ ਆ। ਤੇ ਬਾਕੀਆਂ ਨੂੰ ਮਨਾ ਹੈ, ਕਾਰ ਨੂੰ ਮਨਾ ਹੈ। ਤਾਂ ਬਸ ਲਾਸਟ ਵਿੱਚ ਜਿਹੜੀ ਗੱਡੀ ਆਪਾਂ ਦੇਖਾਂਗੇ ਕਿਹੜੀ ਹੈ। ਤਾਂ ਠੀਕ ਹੈ, ਉਹਨਾਂ ਤਿੰਨਾਂ ਨੂੰ ਓਵਰਟੇਕ ਕੀਤਾ ਜਾ ਸਕਦਾ। 2 ਗੱਡੀਆਂ ਚੋਂ ਜਿਹੜੀ ਬਾਅਦ ਵਾਲੀ ਗੱਡੀ ਆਪਾਂ ਚੈੱਕ ਕਰਨੀ ਹੈ, ਮੋਟਰਸਾਈਕਲ, ਸਾਈਕਲ ਜਾਂ ਸੈਂਸਾ ਮਤੋਰੇ, ਫਿਰ ਤਾਂ ਕਰ ਲਾਂਗੇ। ਠੀਕ ਹੈ ਜੀ। ਚਲੋ ਇਹ ਵੀ ਹੋ ਗਿਆ। ਇਹ ਅਗਲਾ ਸਵਾਲ, ਇੱਕ ਮਿੰਟ, ਚਲੋ ਇੱਦਾਂ ਚੱਲੀ ਜਾਂਦੇ। La striscia bianca trasversale in figura indica ਕਰਦਾ ਹੈ il punto in cui, striscia bianca trasversale ਆ ਲੈਣ, il punto in cui conducenti devono restarsi, ਡਰਾਈਵਰਾਂ ਨੂੰ ਜ਼ਰੂਰੀ ਹੈ ਰੁਕਣਾ, in presenza del segnale fermarsi e dare precedenza, ਯਾਨੀ ਕਿ ਸਟੋਪ। ਤਾਂ ਇਹ ਗੱਲ ਠੀਕ ਹੈ। ਇਸ ਲਾਈਨ ਦੀ ਮੌਜੂਦਗੀ 'ਚ
ਰੁਕਣਾ ਉਦੋਂ ਹੀ ਰੁਕਣਾ ਜਦੋਂ ਜਾਂ ਤਾਂ ਸਟਾਪ ਹੋ ਲਿਖਿਆ ਹੋਵੇ ਇੱਥੇ ਫਿਰ, ਜਾਂ ਫਿਰ ਕਦੋਂ ਰੁਕਣਾ ਹੈ, ਲਾਲ ਲਾਈਟ ਹੋਵੇ, ਸਮਾਫਰੋ ਰੋਸੋ ਹੋਵੇ, ਜੋ ਸਟਾਪ ਦੇ ਹੋਵੇ ਭਾਜੀ ਜਿਹੜਾ ਲੱਗਿਆ ਹੁੰਦਾ ਤੇ ਲਿਖਣ ਦਾ ਲਾਲ ਰੰਗ ਦਾ। ਹਾਂ, ਜਾਂ ਲਾਲ, ਉਹ ਤਾਂ ਹੋ ਹੀ ਗਿਆ ਫਿਰ ਮਾਰਚੀ ਅਦਾਰੇ ਪ੍ਰੈਜ਼ੀਡੈਂਸਾ, ਜਾਂ ਫਿਰ ਹੋਵੇ ਸੜਕ ਤੇ ਵੀ ਲਿਖਿਆ ਹੋ ਸਕਦਾ ਹੈ ਤੇ ਹਨਾ ਹਾਂ ਜ਼ਮੀਨ ਦੇ ਉੱਪਰ ਵੀ ਲਿਖਿਆ ਹੋ ਸਕਦਾ ਹੈ। ਤੇ ਆਪਣੇ ਜਾਂ ਲਾਲ ਲਾਈਟ ਜਾਂ ਫਿਰ ਏਜੰਤੇ ਕਵੇ, ਸ਼ਾਇਦ ਏਜੰਤੇ ਦਾ ਸਵਾਲ ਆਂਦਾ ਕਿ ਨਹੀਂ ਆਂਦਾ, ਤਾਂ ਫਿਰ ਇੱਥੇ ਰੁਕਣਾ। ਇਸ ਲਾਈਨ ਦਾ ਮਤਲਬ ਇਹ ਹੈ ਵੀ ਜੇ ਰੁਕਣਾ ਤਾਂ ਇੱਥੇ ਰੁਕਣਾ, ਰੁਕਣਾ ਜ਼ਰੂਰੀ ਹੈ, ਕੁਛ ਨਹੀਂ, ਇਹ ਲਾਈਨ ਕੁਛ ਨਹੀਂ ਕਹਿ ਰਹੀ, ਰੁਕਣਾ ਜ਼ਰੂਰੀ ਹੈ। ਰੁਕਣਾ ਜ਼ਰੂਰੀ ਆ, ਉਹ ਹਾਲਾਤ ਦੱਸੂਗੇ ਕਿ ਲਾਲ ਲਾਈਟ ਹੈ ਕਿ ਕੱਲਾ ਬੋਰਡ ਹੈ ਕਿ ਏਜੰਤੇ ਹੈ ਕਿ ਕੀ, ਉਹ ਬਾਕੀ ਹਾਲਾਤ ਦੱਸੂਗੇ। ਇਹ ਲਾਈਨ ਕੁਛ ਨਹੀਂ ਕਹਿ ਰਹੀ ਤਾਂ ਸਵਾਲ ਆਉਂਦਾ ਹੁੰਦਾ ਸੈਂਪਰੇ ਰੈਸਤਾਰਸੀ, ਸੈਂਪਰੇ ਨਹੀਂ ਰੈਸਤਾਰਸੀ, ਬੋਰਡ ਦੇਖਣਾ, ਬੋਰਡ ਜਾਂ ਲਾਈਟ ਜਾਂ ਏਜੰਤੇ ਕੀ ਕਹਿੰਦਾ। ਬਸ ਰੁਕਣ ਵੇਲੇ ਇਹਦੇ ਅੰਦਰ ਅੰਦਰ ਰੁਕਣਾ, ਉਹ ਗੱਲ ਠੀਕ ਹੈ। ਤਾਂ ਚੌਥਾ ਸਵਾਲ ਆਪਣਾ ਇਹ ਠੀਕ ਹੈ, ਵੇਰੋ ਹੈ ਤਾਂ ਵੇਰੋ ਹੈ। ਹੁਣ ਪੰਜਵਾਂ ਦੇਖਦੇ ਹਾਂ। ਇਲ ਸਿਨੈਲੇ ਰਫੀਗਾਤੋ ਇੰਡੀਕਾ ਕਰਦਾ ਇਲ ਪੁੰਤੋ, ਉਹ ਪੁਆਇੰਟ ਨੈਲ ਕੁਆਲੇ ਜਿਹਦੇ ਵਿੱਚ ਟੈਰਮੀਨਾ ਖਤਮ ਹੋ ਗਈ, ਦਿਵੀਏਤੋ ਦੀ ਸੋਚਤਾ ਖਤਮ ਹੋ ਗਈ। ਇਹ ਤਾਂ ਸੌਖਾ ਹੀ ਹੈ, ਦਿਵੀਏਤੋ ਦੀ ਸੋਚਤਾ ਥੱਲੇ ਦਾ ਮਤਲਬ ਹੁੰਦਾ ਫੀਨੇ ਖਤਮ ਹੋ ਗਈ ਹੈ, ਤੇ ਗੱਲ ਠੀਕ ਹੈ। ਇਸ ਤੋਂ ਅੱਗੇ ਮਤਲਬ ਕਰ ਸਕਦੇ ਹਾਂ, ਖਤਮ ਹੋ ਗਈ ਮਨਾਹੀ। ਅੱਗੇ ਨੂੰ ਆਪਾਂ ਕਵਾਂਗੇ ਤਰਾਤੋ ਸੁਚੈਸੀਵੋ, ਤਰਾਤੋ ਸੁਚੈਸੀਵੋ ਨੈਕਸਟ। ਹੁਣ ਨੈਕਸਟ ਕਰ ਸਕਦੇ ਇਸ ਤੋਂ ਬਾਅਦ। ਤੇ ਇਸ ਤੋਂ ਪਹਿਲਾਂ ਜਿੱਥੇ ਆਪਾਂ ਹੁਣ ਦੇਖ ਰਹੇ ਹਾਂ, ਮੰਨ ਲਓ ਬੋਰਡ ਨੂੰ ਹਜੇ ਖਤਮ ਹੋਈ ਨਹੀਂ ਹੈ ਨਾ, ਇੱਥੇ ਬੋਰਡ ਤੇ ਖਤਮ ਹੋਣੀ ਹੈ, ਤਾਂ ਇਸ ਤੋਂ ਪ੍ਰੈਸੀਡੈਂਤੇ ਨਹੀਂ ਕਰ ਸਕਦੇ, ਇਸ ਬੋਰਡ ਤੋਂ ਸੁਚੈਸੀਵੋ ਨੈਕਸਟ ਕਰ ਸਕਦੇ ਹਾਂ। ਤੇ ਫਰਮਾਤੇ ਦਾ ਕੋਈ ਚੱਕਰ ਨਹੀਂਗਾ, ਫਰਮਾਤਾ ਚਾਹੇ ਪ੍ਰੈਸੀਡੈਂਤੇ ਕਰ ਲਓ ਚਾਹੇ ਸੁਚੈਸੀਵੋ ਕਰ ਲਓ, ਸੋਚਤਾ ਸਿਰਫ ਸੁਚੈਸੀਵੋ ਕਰਨਾ, ਕਿਉਂਕਿ ਜਦੋਂ ਖਤਮ ਹੋਊਗਾ ਉਸ ਤੋਂ ਬਾਅਦ ਕਰਨਾ ਹੈ, ਸੁਚੈਸੀਵੋ ਕਰ ਸਕਦੇ ਹਾਂ। ਤਾਂ ਇਹ ਠੀਕ ਹੈ ਸਵਾਲ ਪੰਜਵਾਂ, ਖਤਮ ਹੋ ਗਈ ਦਿਵੀਏਤੋ ਦੀ ਸੋਚਤਾ। ਟੈਰਮੀਨਾ ਕਹਿ ਲਓ, ਫੀਨੇ ਕਹਿ ਲਓ, ਇੱਕੋ ਗੱਲ ਹੈ। ਛੇਵਾਂ ਸਵਾਲ ਇਲ conducente che intende effettuare inversione di marcia, ਜਿਹੜਾ ਕਰਨਾ ਚਾਹੁੰਦਾ ਯੂ ਟਰਨ su una strada a doppio senso di marcia deve azionare la indicatore di direzione, ਇੰਡੀਕੇਟਰ ਦੇਣਾ ਯੂ ਟਰਨ ਕਰਨ ਵੇਲੇ। ਇਹ ਤਾਂ ਸੌਖਾ ਹੀ ਹੈ ਨਾ, ਡਬਲ ਸਾਈਡ ਰੋਡ 'ਚ ਹੀ ਆਪਾਂ ਕਰ ਸਕਦੇ ਹਾਂ, ਇੰਡੀਕੇਟਰ ਦੇ ਆਪਾਂ ਨੂੰ ਦੇਣਾ ਪਊਗਾ। ਗੱਲ ਤਾਂ ਠੀਕ ਹੈ, ਤਾਂ ਇਹ ਸਵਾਲ ਵੇਰੋ ਹੈ। ਤਾਂ ਬਾਕੀ ਯੂ ਟਰਨ ਵੇਲੇ ਆਪਾਂ ਕੀ ਕਹਿ ਸਕਦੇ ਹਾਂ, ਯੂ ਟਰਨ ਕਰਨ ਵੇਲੇ ਅਸੀਂ ਚੈੱਕ ਕਰਨਾ ਕਿ ਲਾਈਨ ਵਿਚਾਲੇ ਵਾਲੀ ਡਿਸਕੰਟੀਨਿਊ ਹੋਵੇ। ਸਵਾਲ ਸਾਰੇ ਦੋਪਿਓ ਸੈਂਸੋ ਦੇ ਰੋਡ ਦੇ ਜ਼ਿਆਦਾ ਹੈਗੇ, ਵਿੱਚ ਡਿਸਕੰਟੀਨਿਊ ਲਾਈਨ ਹੋਵੇ, ਕਿਹੜੀ ਸੈਂਟਰ ਵਾਲੀ, ਕਿਨਾਰਿਆਂ ਵਾਲੀ ਨਹੀਂ, ਉਹ ਕਿਨਾਰਿਆਂ ਵਾਲੀ ਲਾਈਨ ਮਾਰਜਿਨ ਵਾਲੀ ਵੀ ਕਹਿੰਦਾ ਵੀ ਮਾਰਜਿਨ ਵਾਲੀ ਚੈੱਕ ਕਰਨੀ, ਨਹੀਂ ਸੈਂਟਰ ਵਾਲੀ ਲਾਈਨ ਦੇਖਣੀ ਹੈ ਕਿ ਕੰਟੀਨਿਊ ਜਾਂ ਡਿਸਕੰਟੀਨਿਊ। ਜੇ ਘੱਟ ਵਿਜ਼ਿਬਿਲਿਟੀ ਹੈ ਨਹੀਂ ਕਰਨੀ, ਜੇ ਕੂਰਵਾ ਜਾਂ 200 ਜਾਂ ਪਸਾਜੋ ਲਿਵੈਲੋ ਵਗੈਰਾ ਫਿਰ ਨਹੀਂ ਕਰਨੀ, ਇੱਦਾਂ ਹੀ ਹੁੰਦਾ। ਜੇ ਲਗਾਤਾਰ ਟ੍ਰੈਫਿਕ ਚੱਲ ਰਿਹਾ ਫਿਰ ਆਪਾਂ ਨੂੰ ਕੈਂਸਲ ਕਰ ਦੇਣਾ, ਨਹੀਂ ਕਰਨਾ ਮਤਲਬ। ਤੇ ਇੰਡੀਕੇਟਰ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ, ਇੰਡੀਕੇਟਰ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ, ਇੰਟਰਵਲ ਸ਼ੋ ਕਰਨਾ ਨਹੀਂ, ਬਸ ਇੰਨੀ ਕੁ ਗੱਲਾਂ ਹੈਗੀਆਂ। ਇਹ ਸਵਾਲ ਠੀਕ ਹੈ, ਯੂ ਟਰਨ ਵੇਲੇ ਆਪਾਂ ਉਹ ਕਰਨਾ ਹੈ। ਲਾ ਫਿਰਮਾਤਾ ਹੈ ਵਿਅਤਾਤਾ, ਕਿੱਥੇ ਫਿਰਮਾਤਾ ਮਨਾ ਹੈ, ਮਤਲਬ ਸਖਤ ਜਗ੍ਹਾ ਹੈ ਜਿੱਥੇ ਰੋਕ ਸਵਾਰੀ ਵੀ ਨਹੀਂ ਲਾ ਸਕਦੇ। ਇੱਥੇ ਕਿੱਥੇ ਨਹੀਂ, sotto via, sotto sovrapassaggi, sotto i fornisci e portici, salvo diverso segnalazione. Vero. Falso. ਖਾਸ ਜਗ੍ਹਾ ਨਹੀਂ ਗਈ ਇਹ, ਜਿਹੜਾ ਆਪਾਂ ਕੱਲ ਕਲਾਸ 'ਚ ਆਪਾਂ ਇਹੀ ਪੜ੍ਹਿਆ ਸੀਗਾ, ਸੋਤੋ ਆਈ ਜਾਂਦਾ, ਯਾਨੀ ਕਿ ਉੱਪਰ ਛੱਤ ਹੈ। हाँ vero. ਕੱਲ ਇਹੀ ਪੜ੍ਹਿਆ ਸੀਗਾ, ਸੋਤੋ ਕਿਸੇ ਗੇਟ ਦੇ ਥੱਲੇ, ਕਿਸੇ ਉੱਪਰੋਂ ਪੁਲ ਦੇ ਥੱਲੇ, ਹਨਾ ਸ਼ਹਿਰਾਂ ਦੇ ਵਿੱਚ ਕਈ ਪੁਰਾਣੇ ਗੇਟ ਜੇ ਬਣੇ ਹੁੰਦੇ ਆ, ਉਹਨਾਂ ਦੇ ਥੱਲੇ ਫਿਰਮਾਤਾ ਸੋਚਤਾ ਦੋਨੋਂ ਮਨਾ ਹੁੰਦੇ ਆ। ਉਦਾਂ ਹੀ ਗੈਲਰੀ ਦੇ ਉੱਪਰ ਵੀ ਛੱਤ ਹੁੰਦੀ ਤਾਂ ਉਹਦੇ ਉੱਪਰ ਵੀ ਥੱਲੇ ਫਿਰਮਾਤਾ ਵੀ ਸੋਚਤਾ ਦੋਨੋਂ ਮਨਾ ਹੈ। ਇਹ ਖਾਸ ਜਗ੍ਹਾ ਹੈ ਇਹ, ਇਹ ਸਵਾਲ ਠੀਕ ਹੈ। ਸੱਤਵਾਂ ਸਵਾਲ ਵੇਰੋ ਹੈ, ਬੜਾ ਧਿਆਨ ਰੱਖਣਾ, ਇਹ ਖਾਸ ਜਗ੍ਹਾ ਹੈ, ਜਿੱਦਾਂ ਆਪਾਂ ਕਹਿੰਦੇ ਕੂਰਵੇ ਕਾਰਵੇ ਖਾਸ ਜਗ੍ਹਾ ਹੈ। ਅੱਠਵਾਂ ਸਵਾਲ ਲਾ 에ਅਰ ਬੈਗ ਸੀ ਗੋਂਫੀਆ, ਕਿਤੇ ਹਵਾ ਭਰਦੀ ਹੈ, ਪ੍ਰੈਮੈਂਦੋ ਉਨ ਪੁਲਸਾਂਤੇ ਪੋਸਟੋ ਸੁਲ ਕੁਰਸਕੋਤੋ। Falso. ਇਹ ਸਵਾਲ ਫਾਲਸੋ ਹੈ। 에ਅਰ ਬੈਗ 'ਚ ਹਵਾ ਭਰਦੀ ਹੈ, ਗੋਂਫੀਆ ਹਵਾ ਭਰਦੀ ਹੈ, ਪ੍ਰੈਮੈਂਦੋ ਦੱਬਦੇ ਹੋਏ, ਇੱਕ ਪੁਲਸਾਂਤੇ ਇੱਕ ਬਟਨ ਪੋਸਟੋ ਲੱਗਿਆ ਹੋਇਆ ਜਿਹੜਾ ਕੁਰਸਕੋਤੋ ਡੈਸ਼ਬੋਰਡ ਉੱਪਰ। ਨਹੀਂ, ਆਪਾਂ ਕਹਿੰਦੇ ਆ ਉਹ ਆਟੋਮੈਟਿਕਾਮੈਂਟੇ ਗ੍ਰਾਸੀਅਲ ਸੈਂਸੋਰੀ, ਸੈਂਸਰ ਦਾ ਗ੍ਰਾਸੀ ਆਪਾਂ ਕਰਦੇ ਹਾਂ, ਜਿਸ 'ਚ ਆਟੋਮੈਟਿਕ ਹੀ ਹਵਾ ਭਰਦੀ ਹੈ।
ਜਦੋਂ ਕੀ ਹੁੰਦਾ ਉਰਤੋ ਵਿਓਲੈਂਤੋ ਜ਼ੋਰਦਾਰ ਟੱਕਰ ਹੋਵੇ, ਮਾੜੀ ਮੋਟੀ ਟੱਕਰ ਨਾਲ ਨਹੀਂ, ਉਰਤੋ ਵਿਓਲੈਂਤੋ ਜ਼ੋਰਦਾਰ ਟੱਕਰ ਨਾਲ। ਕਦੋਂ ਕਿੰਨੇ ਟਾਈਮ 'ਚ ਭਰਦੀ ਹੈ? ਪੋਕੀ ਮਿਲੇ ਸੈਕੰਡ 'ਚ ਭਰ ਜਾਂਦੀ ਹੈ। ਇਹ ਗੱਲ ਹੈ। ਤੇ ਕਰੁਸਕੋਤੋ ਵਾਲਾ ਤਾਂ ਸਵਾਲ ਵੈਸੇ ਸਾਰੇ ਗਲਤ ਹੈਗੇ ਆ ਕਰੁਸਕੋਤੋ ਦੇ ਡੈਸ਼ਬੋਰਡ ਦੇ। ਤੇ ਇੱਕ ਸਵਾਲ ਆਂਦਾ ਇਹ 에ਅਰ ਬੈਗ ਜਿਹੜਾ ਕੀ ਕਰਦਾ ਹੈ? 에ਅਰ ਬੈਗ ਹੋ ਗਿਆ, ਸੀਟ ਬੈਲਟਾਂ ਹੋ ਗਈਆਂ, ਚਿੰਤੂਰੇ ਦੀ ਸਗਰੇਸਾ, ਕਾਸਕੋ ਹੋ ਗਿਆ, ਇਹ ਦਾਨੀ ਨੂੰ ਕੀ ਕਰਦਾ ਹੈ? ਨੁਕਸਾਨ ਨੂੰ ਲਿਮਿਟਾਰੇ ਕਰਦਾ। ਬਸ ਧਿਆਨ ਰੱਖਣਾ, ਲਿਮਟਡ ਕਰ ਦਿੰਦਾ, ਖਤਮ ਤਾਂ ਨਹੀਂ। ਕੁਛ ਨਾ ਕੁਛ ਨੁਕਸਾਨ ਤਾਂ 에ਅਰ ਬੈਗ ਤੋਂ ਬਾਅਦ ਵੀ ਹੋਊਗਾ, ਕੁਛ ਨਾ ਕੁਛ ਨੁਕਸਾਨ ਬੈਲਟ ਲਾਉਣ ਤੋਂ ਬਾਅਦ ਵੀ, ਕੁਛ ਨਾ ਕੁਛ ਸੱਟ ਤਾਂ ਹੈਲਮਟ ਪਾ ਕੇ ਵੀ ਲੱਗੂਗੀ, ਪਰ ਲਿਮਿਟਾਰੇ ਲਿਮਟਡ ਹੋ ਜਾਊਗਾ। ਇਹ ਤਿੰਨੋਂ ਲਿਮਿਟਾਰੇ ਕਰਦੇ ਆ, ਲਿਮਿਟਾਰੇ ਨੁਕਸਾਨ ਨੂੰ ਘੱਟ ਕਰ ਦਿੰਦੇ ਆ। ਇਹ ਸਵਾਲ ਕਰੁਸਕੋਤੋ ਕਰਕੇ ਫਾਲਸੋ ਆਪਣਾ 8ਵਾਂ। ਤਾਂ ਚਲੋ ਅੱਗੇ ਚੱਲਦੇ ਆ। ਕੀ ਐਕੋ ਇਨਵੋਲਤੋ ਜਿਹੜਾ ਹੈ ਇਨਵੋਲਵ in un incidente stradale ਰੋਡ ਐਕਸੀਡੈਂਟ 'ਚ ਦੇਵੇ allontanarsi ਜ਼ਰੂਰੀ ਹੈ ਦੂਰ ਲੈ ਜਾਣਾ sempre ਹਮੇਸ਼ਾ e subito dal luogo in cui si è verificato। also ਤਾਂ ਜਿਹੜਾ ਐਕਸੀਡੈਂਟ 'ਚ ਸ਼ਾਮਿਲ ਹੈ, ਮਤਲਬ ਐਕਸੀਡੈਂਟ ਹੋ ਗਿਆ ਸਾਡੇ ਤੋਂ, ਤਾਂ ਹਮੇਸ਼ਾ ਦੂਰ ਲੈ ਕੇ ਜਾਣਾ ਹੈ ਉਸ ਬੰਦੇ ਨੂੰ, ਜਾਂ ਹਮੇਸ਼ਾ ਦੂਰ ਲੈ ਕੇ ਜਾਣਾ ਨਹੀਂ, ਕੋਈ ਜ਼ਰੂਰੀ ਡਿਪੈਂਡ ਕਰਦਾ ਹਾਲਾਤ ਕਿੱਦਾਂ ਦੇ ਆ, ਹਮੇਸ਼ਾ ਦੂਰ ਲੈ ਜਾਣ ਦੀ ਕੋਈ ਗੱਲ ਨਹੀਂ। ਇਹ ਸਵਾਲ ਗਲਤ ਹੈਗਾ, allontanarsi sempre। ਤਾਂ ਇਹ ਗਲਤ ਹੋ ਗਿਆ ਜੀ 9ਵਾਂ ਸਵਾਲ। ਤਾਂ ਬੜਾ ਦੇਖ ਵੀ ਲੈਣੇ, 9ਵਾਂ ਗਲਤ ਹੈ ਤੇ ਉੱਪਰਲਾ 8ਵਾਂ ਕਰੁਸਕੋਤੋ ਕਰਕੇ ਗਲਤ ਸੀਗਾ। 10ਵਾਂ ਸਵਾਲ il triciclo a motore è un autovicolo। falso, falso ਤ੍ਰਿਚੀਕਲੋ ਅਲੱਗ ਕੈਟਾਗਰੀ ਹੈ, ਚੀਕਲੋ ਮੋਟੋਰੇ ਅਲੱਗ ਕੈਟਾਗਰੀ ਹੈ। ਚੀਕਲੋ ਮੋਟੋਰੇ 'ਚ ਦੋ ਹੁੰਦੇ ਆ ਨਾ, 2 ਟਾਇਰ ਜਾਂ 3 ਟਾਇਰ। ਚੀਕਲੋ ਮੋਟੋਰੇ 2 ਹੋਤੇ, ਚੀਕਲੋ ਮੋਟੋਰੇ 3 ਹੋਤੇ। ਤ੍ਰਿਚੀਕਲੋ 'ਚ ਪਾਵਰ ਜ਼ਿਆਦਾ ਹੁੰਦੀ ਹੈ, 50 ਸੀਸੀ ਤੋਂ ਉੱਪਰ ਚੱਲ ਦਿੰਦੇ ਆ। ਮੋਟਰਸਾਈਕਲ ਅਲੱਗ ਕੈਟਾਗਰੀ ਹੈ। ਆਟੋ ਵੀਕੋਲੋ ਅਲੱਗ ਕੈਟਾਗਰੀ, ਜਿਹੜੀ ਸਭ ਤੋਂ ਵੱਡੀ ਕੈਟਾਗਰੀ ਆਟੋ ਵੀਕੋਲੋ, ਜਿਹੜੀ ਕਾਰ, ਬੱਸ, ਟਰੱਕ, ਆਟੋ ਵਤੂਰਾ, ਆਟੋ ਕਾਰੋ, ਆਟੋ ਕਾਰਾਵਾਨ, ਆਟੋ ਟ੍ਰੇਨੋ, ਇਹ ਸਭ ਆਟੋ ਵੀਕੋਲੋ। ਤਾਂ ਦੋਨੋਂ ਅਲੱਗ-ਅਲੱਗ ਹੈ। ਇਹ ਸਵਾਲ ਜਿਹਦੇ ਅੱਗੇ ਆਟੋ ਹੋਵੇ ਭਾਜੀ ਹੈ ਨਾ। ਹਾਂਜੀ, ਜਿਹਦੇ ਮੋਰੇ ਆਟੋ ਲੱਗਿਆ ਉਹ ਆਟੋ ਵੀਕੋਲੋ ਹੋਊਗਾ, ਹੈ ਨਾ। ਤੇ ਆਟੋ ਕਾਰੋ ਆਟੋ ਵੀਕੋਲੋ ਹੈ, ਆਟੋ ਵਿਤੂਰਾ ਆਟੋ ਵੀਕੋਲੋ ਹੈ। ਬਾਕੀ ਆ ਕੁਆਦਰੋਚੀਕਲੋ ਅਲੱਗ ਚੀਜ਼ ਹੈ, ਕੁਆਦਰੋਚੀਕਲੋ ਅਲੱਗ ਚੀਜ਼ ਹੈ। ਤਾਂ ਆਟੋ ਵੀਕੋਲੋ ਦੀ ਡੈਫੀਨੇਸ਼ਨ ਆਉਂਦੀ ਕੀ ਹੈ? ਆਪਾਂ ਕਹਿੰਦੇ ਆ ਅਲਮੇਨੋ ਕੁਆਤਰੋ ਰੂਓਤੇ, ਘੱਟ ਤੋਂ ਘੱਟ 4 ਟਾਇਰ, ਮੋਟਰ ਵੀ ਹੋਵੇ, ਮੋਟੋਰੇ ਵੀ ਹੋਵੇ, ਪਲੱਸ ਉਹਨਾਂ ਨੂੰ ਛੱਡ ਕੇ, ਕੁਆਦਰੀਚੀਕਲੀਆਂ ਨੂੰ ਛੱਡ ਕੇ, ਕੁਆਦਰੀਚੀਕਲੀ ਤਾਂ ਛੋਟੇ ਟੈਂਪੂ ਜਾਂ 4 ਟਾਇਰ ਵਾਲੇ, ਉਹਨਾਂ ਨੂੰ ਛੱਡ ਕੇ ਬਾਕੀ 4 ਟਾਇਰ ਵਾਲੇ ਆਟੋ ਵੀਕੋਲੋ ਹੁੰਦੇ ਆ। ਉਹ ਡੈਫੀਨੇਸ਼ਨ ਆਪਾਂ ਨੂੰ ਪਤਾ। ਤਾਂ 10ਵਾਂ ਸਵਾਲ ਆਪਣਾ ਤ੍ਰਿਚੀਕਲੋ ਮੋਟੋਰੇ ਆਟੋ ਵੀਕੋਲੋ ਨਹੀਂਗਾ, ਸਵਾਲ ਫਾਲਸੋ। ਹੁਣ ਕਰਦੇ ਆ 11ਵਾਂ ਸਵਾਲ। Il segnale raffigurato vieta ai pedoni, ਮਨਾ ਕਰਦਾ ਪੈਦਲਾਂ ਨੂੰ, di attraversare la strada। falso falso, ਕਿਵੇਂ ਹੋ? ਇਹ ਸਾਈਨ ਮਨਾ ਕਰਦਾ ਹੈ ਪੈਦਲਾਂ ਨੂੰ ਕ੍ਰੋਸ ਨਾ ਕਰੋ। ਤਾਂ ਇਹ ਸਵਾਲ ਤਾਂ ਗਲਤ ਹੈ। ਇਹ ਤਾਂ ਕਹਿੰਦਾ ਫੀਨੇ ਹੋ ਗਿਆ, ਖਤਮ ਹੋ ਗਿਆ, ਪੈਦਲਾਂ ਦੀ ਪਹਿਲ ਵਾਲਾ ਜਿਹੜੀ ਪਟੜੀ ਹੈ ਉਹ ਖਤਮ ਹੋ ਗਈ ਹੈ। ਤਾਂ ਮਨਾ ਕੁਝ ਨਹੀਂ ਕਰ ਰਿਹਾ ਇਹ ਕੀ ਕਰ ਰਿਹਾ? ਖਤਮ ਹੋ ਰਹੀ ਹੈ ਜਿਹੜੀ ਪਟੜੀ ਰਿਜ਼ਰਵ ਸੀ ਪੈਦਲਾਂ ਵਾਸਤੇ ਬਸ। ਤਾਂ ਇਹ ਸਵਾਲ ਹੋ ਗਿਆ ਆਪਣਾ ਗਲਤ। ਦੇਖ ਲੈਣੇ ਮਾੜਾ ਭਾਜੀ ਜਿਹਾ। ਇਹਦੇ ਵਿੱਚ ਏਰੀਆ ਪੈਦੋਨਾਲੇ ਆ ਸਕਦਾ ਨਾ, ਵੀ ਫੀਨੇ ਏਰੀਆ। ਉਹ ਆਰੀਆ ਪੈਦੋਨਾਲੇ ਵੀ ਨਹੀਂ ਆਪਾਂ ਕਹਾਂਗੇ, ਇਹ ਪੀਸਤਾ ਪੈਦੋਨਾਲੇ, ਮਾਰਚਾ ਪੇਰੀ। ਇਸ ਤਰ੍ਹਾਂ ਹਾਂ, ਪੀਸਤਾ ਪੈਦੋਨਾਲੇ ਜਾਂ ਮਾਰਚਾ ਪੇ ਦੀ ਕਹਿ ਲਓ, ਉਹ ਫੀਨੇ ਹੋਗੀ। ਮਨਾ ਕਿਸੇ ਨੂੰ ਨਹੀਂ ਹੈਗਾ, ਮਨਾ ਕਿਸੇ ਨੂੰ ਨਹੀਂ ਹੈ, ਕਿਉਂਕਿ ਉਹ ਵੀ ਜਾਊਗੇ। ਹੁਣ ਬਾਕੀ ਵੀ ਗੱਡੀਆਂ ਆਏ ਨੇ, ਪਟੜੀ ਖਤਮ ਹੋ ਗਈ ਹੈ, ਪਰ ਜਦੋਂ ਇਹ ਸਾਈਨ ਸ਼ੁਰੂ ਹੁੰਦਾ ਨਾ, ਜਦੋਂ ਸ਼ੁਰੂ ਹੁੰਦਾ ਹੈ ਉਦੋਂ ਮਨਾ ਹੈ ਉਸ ਪਟੜੀ ਦੇ ਉੱਪਰ ਜਾਣਾ, ਬਾਕੀਆਂ ਦਾ ਮਨਾ ਹੈ। ਤੇ ਜਦੋਂ ਸ਼ੁਰੂ ਹੋਈ ਹੈ ਤਾਂ ਸਿਰਫ ਪੈਦਲ ਹੀ ਜਾਊਗੇ ਉਹਦੇ ਵਿੱਚ, ਬਾਕੀਆਂ ਦਾ ਫੇਰ ਮਨਾ ਸੀਗਾ। ਖਤਮ ਹੋਣ ਵੇਲੇ ਕਿਸੇ ਦਾ ਮਨਾ ਨਹੀਂ ਇਹਦੇ ਵਿੱਚ, ਤਾਂ ਤੁਹਾਨੂੰ ਧਿਆਨ ਹੋਣਾ ਇਹਦਾ। ਚਲੋ ਜੀ ਅੱਗੇ ਚੱਲਦੇ ਹਾਂ। ਥੋੜਾ ਜਿਹਾ ਨਾ ਮੇਰਾ ਹੱਥ ਜਿਹਾ ਸ਼ਾਇਦ ਹਿਲ ਗਿਆ। ਇਹ ਸਨੈਲੀ ਲੂਮੀਨੋਜ਼ੀ ਇਨ ਫਿਗੂਰਾ ਸੋਨੋ ਪੋਸਟੀ ਲੱਗੀਆਂ ਹੁੰਦੀਆਂ ਇਨੀਸ਼ੀਓ ਦੀ ਉਹਨਾਂ ਗੈਲਰੀ ਹੈ, ਗੈਲਰੀ ਦੇ ਸ਼ੁਰੂ 'ਚ। falso ਤਾਂ ਇਹ ਕੋਈ ਗੈਲਰੀ ਦਾ ਤਾਂ ਕੋਈ ਲਿੰਕ ਨਹੀਂ ਇਹਨਾਂ ਦਾ, ਇਹ ਤਾਂ ਸਮਾਫਰੋ ਦੀ ਕੁਰਸੀ ਹੈ। ਕੁਰਸੀ ਵਾਸਤੇ ਆਮ ਜਿੱਦਾਂ ਆਪਾਂ ਸਮਾਫਰੋ ਕਿਸੇ ਤੇ ਸਿਰਫ ਲਾਲ ਹਰੀ ਪੀਲੀ ਮਿਲਦੀ ਹੈ, ਇਹਦੇ ਵਿੱਚ ਲਾਲ ਹਰੀ ਪੀਲੀ ਤਾਂ ਹੈ ਹੀ ਹੈ, ਪਰ ਤੀਰ ਜੇ ਲੱਗੇ ਹੁੰਦੇ। ਤਾਂ ਬਸ ਇਹ 'ਚ ਲਾਲ ਵਿੱਚ ਉਸ ਡਾਇਰੈਕਸ਼ਨ ਵੱਲ ਨਹੀਂ ਜਾਣਾ, ਪੀਲੀ ਵਿੱਚ ਉਸ ਡਾਇਰੈਕਸ਼ਨ ਵੱਲ ਜਾ ਰਹੇ ਤਾਂ ਛੇਤੀ ਖਾਲੀ ਕਰ ਦਿਓ। ਹਰੀ ਜਗਦੀ ਹੈ ਤਾਂ ਉਹਦਾ ਮਤਲਬ ਉਸ ਹੀ ਡਾਇਰੈਕਸ਼ਨ 'ਚ ਜਾ ਸਕਦੇ ਆ। ਸਿਰਫ ਇਹ ਗੱਲ ਹੈ, ਬਾਕੀ ਕੋਈ ਨਹੀਂ। ਇੱਥੇ ਸਿਰਫ ਡਾਇਰੈਕਸ਼ਨ ਹੁੰਦਾ ਕਿਹੜੇ ਕੁਰਸੀ ਕਿੱਧਰ ਨੂੰ ਜਾ ਰਿਹਾ। ਤਾਂ 12ਵਾਂ ਗੈਲਰੀ ਨਾਲ ਇਹਦਾ ਕੋਈ ਲਿੰਕ ਨਹੀਂਗਾ। ਤਾਂ ਇਹ ਸਵਾਲ ਹੋ ਗਿਆ
ਗਲਤ, ਇਹਨੂੰ ਆਪਾਂ ਦੇਖ ਲੈਂਦੇ ਹਾਂ। 12ਵਾਂ ਹੈਗਾ ਫਾਲਸੋ। 13ਵਾਂ ਚੱਲਦੇ ਹਾਂ ਜੀ ਅੱਗੇ ਹੁਣ। Il limite massimo di velocità per un'autovettura, ਇੱਕ ਕਾਰ ਵਾਸਤੇ, sulle strade extraurbane principali ਦੇ ਉੱਪਰ ordinariamente è 110 ਕਿਲੋਮੀਟਰ। vero, ਤਾਂ ਪਹਿਲਾਂ ਤਾਂ ਆਪਾਂ ਦੇਖਦੇ ਹੁੰਦੇ ਰੋਡ, ਗੱਡੀ ਦੇਖਦੇ ਹੁੰਦੇ। ਗੱਡੀ ਹੈਗੀ ਆ ਆਟੋਵੇਤੂਰਾ, ਯਾਨੀ ਕਿ ਛੋਟੀ ਗੱਡੀ ਹੈ। ਛੋਟੀ ਗੱਡੀ ਹੈ। ਰੋਡ ਕਿਹੜਾ ਹੈ? ਐਕਸਟਰਾ ਰੋਬਾਨਾ ਪ੍ਰਿੰਸੀਪਲ। ਛੋਟੀ ਗੱਡੀ ਦਾ ਇਸ ਪ੍ਰਿੰਸੀਪਲ ਉੱਪਰ ਸਪੀਡ ਹੁੰਦੀ ਹੈ 110। ਛੋਟੀ ਗੱਡੀ ਦੀ ਸ਼ਹਿਰ ਤੋਂ ਸੈਕੰਡਾਰੀ ਤੇ ਹੁੰਦੀ ਹੈ 90, ਪ੍ਰਿੰਸੀਪਲ ਤੇ ਹੁੰਦੀ 110, ਆਟੋ ਸਟਰਾਦੇ ਉੱਪਰ 130। ਜੇ ਪਿੱਛੇ ਉਹ ਪਾ ਲਈਏ ਰਿਮੋਰਕਿਓ ਪਾ ਲਈਏ, ਫਿਰ ਉਹਦੀ ਸੈਕੰਡਾਰੀ ਦੇ ਉੱਪਰ ਹੁੰਦੀ 70, ਪ੍ਰਿੰਸੀਪਲ ਉੱਪਰ ਵੀ 70, ਆਟੋ ਸਟਰਾਦੇ ਤੇ 80। ਉਹ ਤਾਂ ਤੇ ਇਹ ਪ੍ਰਿੰਸੀਪਲ ਵੀ 110 ਹੈ। ਤਾਂ ਇਹ ਸਵਾਲ ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਤੇ 14ਵਾਂ ਸਵਾਲ, il conducente che intende immettersi nel flusso della circolazione, ਡਰਾਈਵਰ ਜਿਹਦਾ ਇਰਾਦਾ ਹੈ ਐਂਟਰ ਕਰਨਾ ਫਲੋ ਦੇ ਵਿੱਚ, ਰੋਡ ਦੇ ਵਿੱਚ ਵੜਨਾ ਹੈ, ਮਤਲਬ deve dare la precedenza ਪਹਿਲ ਦੇਵੇ ai veicoli in transito, ਗੱਡੀਆਂ ਨੂੰ ਪਹਿਲ ਦੇਵੇ, solo in presenza di opposito segnale। falso, ਤਾਂ ਜਦੋਂ ਵੀ ਆਪਾਂ ਰੋਡ ਦੇ ਵਿੱਚ ਵੜਨਾ ਹੈ ਤਾਂ ਸਿਰਫ ਮੌਜੂਦਗੀ 'ਚ ਜਦੋਂ ਸਪੈਸ਼ਲ ਬੋਰਡ ਯਾਨੀ ਕਿ ਸਟੋਪ ਵਾਲਾ ਜਾਂ ਦਾਰੇ ਪ੍ਰੈਜ਼ੀਡੈਂਸ ਵਾਲਾ ਲੱਗਿਆ ਹੋਊਗਾ, ਫੇਰ ਹੀ ਤੁਸੀਂ ਰੋਡ 'ਚ ਵੜਨਾ ਹੈ। ਯਾਨੀ ਨਹੀਂ, ਰੋਡ ਫੇਰ ਹੀ ਪਹਿਲ ਦੇਣੀ ਹੈ। ਜਦੋਂ ਵੀ ਫਲੋ ਦੇ ਵਿੱਚ ਵੜਨਾ ਹੈ, ਪਹਿਲ ਹਮੇਸ਼ਾ ਦੇਣੀ ਹੈ ਆਮਣੇ ਸਾਰੀਆਂ ਗੱਡੀਆਂ ਨੂੰ। ਧਿਆਨ ਨਾਲ ਵੜਨਾ ਹੈ, ਖਾਲੀ ਜਗ੍ਹਾ ਦੇਖਣੀ ਹੈ, ਬਸ ਇਹ ਤਾਂ ਕਰਨਾ ਹੈ। ਬੜੇ ਧਿਆਨ ਨਾਲ ਦੇਖਣਾ, ਸ਼ੀਸ਼ੇ 'ਚੋਂ ਦੇਖਣਾ ਪਿੱਛੋਂ ਤਾਂ ਨਹੀਂ ਕੋਈ ਗੱਡੀ ਆਉਂਦੀ ਪਈ। ਤਾਂ ਸਿਰਫ ਸਿਗਨਲ ਦੀ ਮੌਜੂਦਗੀ 'ਚ ਨਹੀਂ, ਇੱਥੋਂ ਆਪਣਾ ਹੋ ਜਾਂਦਾ ਗਲਤ। ਤੇ ਇੱਕ ਨਾ ਮੇਰਾ ਇਹ ਥੋੜਾ ਜਿਹਾ ਸੈੱਟ ਨਹੀਂ ਆਉਂਦਾ ਹੈ, ਤਾਂ ਉੱਪਰਲਾ ਹੋ ਗਿਆ ਗਲਤ। 15ਵਾਂ ਸਵਾਲ, nel caso di collisione o di tamponamento, ਜਦੋਂ colisione ਜਾਂ tamponamento ਹੋਗੀ, para urti sporgenti e rafforzati, ਯਾਨੀ ਕਿ ਬੁੱਲ ਬਾਰ ਜਿਹੜੇ ਹੁੰਦੇ ਆ rendono ਰੱਖਦੇ ਆ fuori strada ਨੂੰ meno pericolosi per altri veicoli। vero, ਇਹ ਸਵਾਲ ਔਖਾ, fal, ਇਸ ਸਵਾਲ 'ਚ ਕੁਝ ਨਹੀਂ ਸਮਝ ਆਇਆ। ਜੇ ਸਮਝ ਨਹੀਂ ਆਇਆ ਸ਼ਾਇਦ ਸਾਨੂੰ ਮੇਨੋ ਪੈਰੀਕਲੋਜ਼, ਫਾਲਸੋ ਲੱਗਦਾ ਕਹਿੰਦਾ। ਹਾਂ ਮੇਨੋ ਪੈਰੀਕਲੋਜ਼ ਹੁੰਦਾ ਘੱਟ ਖਤਰਨਾਕ। ਹਾਂਜੀ ਆਪਾਂ ਤਾਂ ਘੱਟ ਖਤਰਾ ਤਾਂ ਮੰਨਣਾ ਹੀ ਨਹੀਂਗਾ। ਉਹਦਾ ਕੀ ਹੈ ਇਹ ਹਾਂਜੀ ਬੁੱਲ ਬਾਰ ਜਾਂ ਜਿਹੜੀ ਪਾਰਾ ਉਰਤਿਸ ਪ੍ਰਜੰਤੀ, ਜਿਹਨੂੰ ਆਪਾਂ ਬੰਪਰ ਕਹਿ ਦਿੰਦੇ, ਗੱਡੀ ਦੇ ਮੋਹਰੇ ਬੰਪਰ ਲਾਇਆ ਹੁੰਦਾ ਜਿਹੜਾ, ਕਈ ਵਾਰ ਜਿਹੜੀਆਂ ਵੱਡੀਆਂ ਗੱਡੀਆਂ ਦੇ ਅੱਗੇ ਲੋਹੇ ਦਾ ਬੰਪਰ ਜਿਹਾ ਲਾ ਦਿੰਦੇ, ਪਤਾ ਹੀ ਹੋਣਾ ਨਾ। ਜੇ ਕਹਿੰਦਾ ਐਕਸੀਡੈਂਟ, ਕੋਲੀਸੀਓਨੇ ਵੀ ਟੱਕਰ ਹੈ, ਟੈਂਪੋਨਾਮੈਂਟੋ ਵੀ ਟੱਕਰ ਹੈ, ਜਦੋਂ ਐਕਸੀਡੈਂਟ ਹੋ ਜੇ ਤਾਂ ਉਹ ਜਿਹੜੇ ਬੰਪਰ ਜੇ ਹੈ ਉਹ ਫੋਰੀ ਸਟਰਾਦਾ ਨੂੰ ਮੈਨੋ ਪੈਰੀਕਲੋਜ਼ੋ ਰੱਖਦੇ, ਜ਼ਿਆਦਾ ਘੱਟ ਖਤਰਨਾਕ ਰੱਖਦੇ। ਨਹੀਂ, ਜਿੰਨਾ ਹੀ ਜ਼ਿਆਦਾ ਅੱਗੇ ਤੁਸੀਂ ਆ ਬੰਪਰ ਵਗੈਰਾ ਲਾਏ ਉਨਾ ਜ਼ਿਆਦਾ ਖਤਰਾ ਹੈ, ਠੀਕ ਹੈ ਨਾ। ਜਿੰਨਾ ਸਮਾਨ ਤੁਸੀਂ ਜ਼ਿਆਦਾ ਵਧਾਇਆ ਉਨਾ ਜ਼ਿਆਦਾ ਖਤਰਾ। ਤਾਂ ਮੈਨੋ ਪੈਰੀਕਲੋਜ਼ੋ ਨਹੀਂ, ਪਿਊ ਪੈਰੀਕਲੋਜ਼ੋ ਹੋਊਗਾ। ਤਾਂ ਮੈਨੋ ਪੈਰੀਕਲੋਜ਼ੋ ਪੂਰੇ ਲਾਇਸੈਂਸ ਹੀ ਆਪਾਂ ਗਲਤ ਕਰ ਲਈਦਾ। ਤੇ ਇਹ ਹੋ ਗਿਆ ਜੀ ਆਪਣਾ ਫਾਲਸੋ ਸਵਾਲ ਮੈਨੋ ਪੈਰੀਕਲੋਜ਼ੋ ਕਰਕੇ। ਹੁਣ ਆ ਗਿਆ ਜੀ ਆਪਣਾ 16ਵਾਂ ਸਵਾਲ, è vietato utilizzare un autovicolo, ਮਨਾ ਹੈ ਯੂਜ਼ ਕਰਨਾ ਇੱਕ ਗੱਡੀ, autovicolo ਮਤਲਬ ਕਾਰ, ਬੱਸ, ਟਰੱਕ, sulle strade pubbliche, ਪਬਲਿਕ ਰੋਡ ਤੇ, quando il vicolo non è coperto dall'assicurazione, ਜਦੋਂ ਵਹੀਕਲ ਨਹੀਂ ਹੈ ਕਵਰ ਬੀਮਾ per la responsabilità civile। vero, ਗੱਡੀ ਨੂੰ ਚਲਾਉਣਾ ਮਨਾ ਹੈ ਜਦੋਂ ਗੱਡੀ ਕਵਰ ਨਹੀਂ ਹੈ ਬੀਮੇ ਦੇ ਨਾਲ। ਗੱਲ ਠੀਕ ਹੈ, ਨਹੀਂ ਚਲਾ ਸਕਦੇ ਜਦੋਂ ਬੀਮਾ ਸਕਦੂਤਾ ਹੋ ਗਿਆ ਹਾਂਜੀ। ਜਾਂ ਕਵਰ ਨਹੀਂਗਾ, ਤਾਂ ਆਪਾਂ ਗੱਡੀ ਨਾ ਤਾਂ ਅਸੀਂ ਚਲਾ ਸਕਦੇ, ਨਾ ਹੀ ਅਸੀਂ ਸੋਚਤਾ ਵੀ ਨਹੀਂ ਕਰ ਸਕਦੇ। ਪਬਲਿਕ ਰੋਡ ਉੱਪਰ ਸੋਚਤਾ ਵੀ ਨਹੀਂ ਕਰ ਸਕਦੇ, ਚਾਹੇ ਜੀਵਨਾ ਵੈਰ ਸਰ। ਹਾਂਜੀ ਰਿਵੀਜ਼ਨ ਖਤਮ ਹੈ ਤਾਂ ਵੀ ਤੁਸੀਂ ਗੱਡੀ ਨਹੀਂ ਚਲਾ ਸਕਦੇ, ਸ਼ਿਕਰਸੋਨੇ ਖਤਮ ਹੈ ਤਾਂ ਵੀ ਨਹੀਂ ਚਲਾ ਸਕਦੇ। ਇਹ ਦੋ ਹੀ ਗੱਲਾਂ ਹੈਗੀਆਂ। ਤਾਂ ਠੀਕ ਹੈ ਸਵਾਲ, ਇਹ ਨਹੀਂ ਚਲਾ ਸਕਦੇ ਜਦੋਂ ਖਤਮ ਹੋਵੇ ਤਾਂ ਗੱਲ ਠੀਕ ਹੈ। ਫਿਰ ਆਪਾਂ ਹੁਣ ਦੇਖਦੇ ਹਾਂ 17ਵਾਂ ਸਵਾਲ, ਰਿਸਪੌਂਸਾਬਿਲਿਟੀ। ਹਾਂਜੀ ਪੁੱਛਣਾ ਚਾਹੁੰਦਾ ਕੋਈ ਪੁੱਛ ਲਿਆ ਨਾ। ਰਿਸਪੌਂਸਾਬਿਲਿਟਾ ਪੈਨਾਲੇ, ਜਿੱਦੇ ਪੈਨਾਲੇ ਦੀ ਗੱਲ ਆ ਗਈ ਸਮਝ ਲਓ ਕੇਸ ਹੈ। ਇੱਕ ਸਿਵਲ ਰਿਸਪੌਂਸਿਬਿਲਿਟੀ ਹੁੰਦੀ, ਉਹ ਚ ਆਪਾਂ ਕਹਿੰਦੇ ਕੱਲੀ ਲੈਟ ਹੀ ਭੰਨ ਹੋਈ ਹੈ, ਚਲੋ ਪੈਸੇ ਦੇਵਾਂਗੇ ਤੇ ਗੱਲ ਨਿਬੜ ਜੂਗੀ। ਪੈਨਾਲੇ ਹੁਣ ਕੇਸ ਵੀ ਆ ਗਿਆ ਵਿੱਚ, ਤਾਂ ਉਹ ਜਿਹੜੀ ਕੋਨੈਸਾ ਸਿਨਿਸਟਰ ਵਾਲੇ ਸੋਰਜੇ, ਉਹ ਕਦੋਂ ਕੇਸ ਕਦੋਂ ਸੋਰਜੇ ਹੋਊਗਾ ਲੱਗੂਗਾ ਸਾਡੇ ਤੇ। ਇਨ ਤੁੱਤੀ i casi di danni
alle persone e alle cose। ਵੈਰੋ ਹਾਂਜੀ vero, ਕੇਸ ਹੋ ਜਾਊਗਾ ਸੋਰਜੇ ਤਿੰਨ ਹਾਲਾਤਾਂ 'ਚ ਹੁੰਦਾ ਕੇਸ। ਆਪਾਂ ਸਵਾਲਾਂ ਦੇ ਹਿਸਾਬ ਨਾਲ ਪੜ੍ਹੀਏ ਜੇ ਸਾਰੇ ਹਾਲਾਤ ਨੁਕਸਾਨ ਜਦੋਂ ਬੰਦੇ ਨੂੰ ਜਾਂ ਸਮਾਨ ਨੂੰ, ਬੰਦੇ ਦੇ ਮਾੜਾ ਜਾਂ ਘਰੀਟ ਜੀ ਲੱਗ ਗਈ, ਸਮਾਨ ਤੁਹਾਡਾ ਲੈਟ ਲੂਟ ਭੰਨ ਹੋ ਗਈ, ਕੇਸ ਹੋ ਜਾਊਗਾ? ਨਹੀਂ। ਗਰਾਵੀ ਦਾਨੀ ਜ਼ਿਆਦਾ ਨੁਕਸਾਨ, ਟੁੱਟੀ ਕਰਕੇ ਹਾਂਜੀ ਗਲਤ ਹੋ ਗਿਆ। ਤਿੰਨ ਗੱਲਾਂ ਇਹਦੇ ਵਿੱਚ ਕੇਸ ਹੋਣ ਦੇ ਸੋਰਜੇ ਕਹਿੰਦੇ ਤਿੰਨ ਹੈ। ਗਰਾਵੀ ਲੈਸਿਓਨੀ ਜ਼ਿਆਦਾ ਸੱਟਾਂ ਵੱਜਣ, ਗਰਾਵੀ ਦਾਨੀ ਬਹੁਤ ਜ਼ਿਆਦਾ ਨੁਕਸਾਨਾਂ 'ਚ ਫੇਰ ਕੇਸ ਹੋਊਗਾ। ਇੱਕ ਹੈਗਾ ਓਮੀਚੀਡੀਓ ਕਲਪੋਜ਼ੋ, ਕਤਲ ਕਰਦੇ ਤੁਸੀਂ ਜੇ ਤਾਂ ਕੇਸ ਹੋਊਗਾ। ਤੀਸਰਾ ਸੀਗਾ ਕੋਦੀਸ਼ੇ ਪੈਨਾਲੇ ਤੋੜ ਦਿੰਨੇ ਆ। ਕੋਦੀਸ਼ੇ ਪੈਨਾਲੇ ਜਿਹੜਾ ਜੋ ਇਹਨਾਂ ਦਾ ਸੰਵਿਧਾਨ ਬਣਿਆ, ਧਾਰਾਵਾਂ ਕਾਨੂੰਨ ਬਣਿਆ ਹੋਇਆ, ਕਾਨੂੰਨ ਬਣਿਆ ਰੋਡ ਦਾ ਕਾਨੂੰਨ ਨਹੀਂ, ਜਿਹੜਾ ਦੇਸ਼ ਦਾ ਕਾਨੂੰਨ ਬਣਿਆ ਹੋਇਆ, ਤਿੰਨਾਂ ਨੂੰ ਜੇ ਤੋੜਦੇ ਆ ਤਾਂ ਕੋਦੀਸ਼ੇ ਪੈਨਾਲੇ, ਓਮੀਚੀਡੀਓ ਕਲਪੋਜ਼ੋ ਤੇ ਤੀਸਰਾ ਬੋਲੇ ਸੀ ਲੈਸਿਓਨੀ ਗਰਾਵੀ, ਫੇਰ ਕੇਸ ਹੁੰਦਾ। ਮਾੜੇ ਮੋਟੇ ਨਾਲ ਕੇਸ ਨਹੀਂ ਹੋ ਜਾਂਦਾ। ਤੇ ਉਸ ਚੋਂ ਬਾਹਰ ਵੀ ਨਿਕਲਣਾ ਹੁੰਦਾ, ਪੈਨਾਲੇ ਚੋਂ ਅਸੀਂ ਬਾਹਰ ਵੀ ਤਾਂ ਨਿਕਲ ਸਕਦੇ ਆ, ਤਾਂ ਉਹ ਕੋ ਦੇਖੂਗੇ ਕੇਸ, ਉਹਨਾਂ ਨੇ ਕਿਹਾ ਵੀ ਕੇਸ ਕਰ ਦਿਓ, ਪਰ ਉਹਨਾਂ ਨੇ ਦੇਖਿਆ ਬਾਅਦ ਚੋਂ ਇਹ ਤਾਂ ਫੋਰਸਾ ਮਜੋਰੇ ਹੈ, ਮਤਲਬ ਕੁਦਰਤੀ ਕਹਿਰ ਹੋ ਗਿਆ, ਤਾਂ ਤੁਸੀਂ ਐਕਸਕਲੂਸਿਵ ਹੋ ਗਏ, ਨਹੀਂ ਕੋਈ ਗੱਲ ਨਹੀਂ, ਕੇਸ ਖਤਮ। ਫਿਰ ਉਹਨਾਂ ਦੇਖਿਆ ਨੋ ਰਿਆਤੋ, ਕ੍ਰਾਈਮ ਨਹੀਂ ਹੈ, ਟਾਇਰ ਚੱਲਦੇ ਚੱਲਦੇ ਫਟ ਗਿਆ, ਕੋਈ ਇਦਾਂ ਦੀ ਪ੍ਰੋਬਲਮ ਆ ਗਈ ਤਾਂ ਬਾਹਰ ਹੋ ਗਿਆ। ਫਿਰ ਉਹਨਾਂ ਦੇਖਿਆ ਨਹੀਂ ਐਕਸੀਡੈਂਟ ਤਾਂ ਵੱਡਾ ਸੀ ਪਰ ਨੁਕਸਾਨ ਸਿਰਫ ਸਮਾਨ ਨੂੰ ਹੋਇਆ, ਸੋਲੇ ਕੋਜ਼ੇ, ਤਾਂ ਵੀ ਐਕਸਕਲੂਸਿਵ ਹੋ ਗਿਆ। ਤਾਂ ਤਿੰਨੋਂ ਹੀ ਬਾਹਰ ਨਿਕਲਦੇ ਆ, ਸਿਰਫ ਸਮਾਨ ਨੂੰ ਨੁਕਸਾਨ, ਰਿਆਤੋ ਨਹੀਂ ਆ ਤੇ ਆਪਣੇ ਫੋਰਸਾ ਮਜੋਰੇ, ਤਾਂ ਤੁਸੀਂ ਬਾਹਰ ਵੀ ਹੋ ਜੂਗੇ। ਸੋਰਜੇ ਹੋਣ ਦੇ ਮੈਂ ਤਿੰਨ ਪਹਿਲਾਂ ਬੋਲੇ ਸੀ। ਤਾਂ ਇਹ ਸਾਰੇ ਨੁਕਸਾਨ ਬੰਦੇ ਦੇ ਸਮਾਨ ਨੂੰ ਨਹੀਂ, ਬੰਦੇ ਸਮਾਨ ਨੂੰ ਨੁਕਸਾਨ ਹੋਗਾ ਇਕੱਲਾ ਸਿਵਲ 'ਚ ਹੀ ਰਹਿਣਾ ਉਦੋਂ ਤੱਕ ਵੀ, ਇਹ ਫਾਲਸੋ ਹੈ। ਠੀਕ ਹੈ ਜੀ। 18ਵਾਂ ਸਵਾਲ, ਜਦੋਂ ਸ਼ੱਕ ਲੱਗਿਆ ਦੱਸ ਦਿਓ। Il segnale raffigurato pronuncia ਕੀ ਕਰਦਾ ਹੈ? Incrocio con una strada senza diritto di precedenza। ਆ ਸਵਾਲ ਦਾ ਜਵਾਬ ਜਿਹੜਾ ਦਊਗਾ ਉਹ ਪਾਸ ਹੈ। falso, ਫਾਲਸ ਰੀਤੋ ਦੀ ਪ੍ਰੈਜ਼ੈਂਸ ਹੈ ਇਹਦੇ ਵਿੱਚ ਆਪਾਂ ਨੂੰ। ਜਿਹਨੂੰ ਇਸ ਸਵਾਲ ਦਾ ਸ਼ੱਕ ਹੋਊਗਾ ਉਹਨੂੰ ਹਜੇ ਮਿਹਨਤ ਦੀ ਲੋੜ ਹੈਗੀ ਹੈ, ਬਸ ਇਹ ਸੋਚ ਲਿਓ। Il segnale pronuncia ਕਰਦਾ ਹੈ incrocio con una strada crossing with ਇੱਕ ਰੋਡ। ਕ੍ਰੋਸਿੰਗ ਕਿਹਦੇ ਨਾਲ ਹੋ ਰਹੀ ਹੈ? ਸੈਂਸਾ ਦ੍ਰਿਤੋ ਦੇ ਨਾਲ। ਉਹਦੇ ਨਾਲ ਸੈਂਸਾ ਨਾਲ ਕਰਦਾ ਹੈ। ਹਾਂ ਇਹ ਸਵਾਲ ਵੀਰੋ ਹੈ। ਲੱਗਿਆ, ਇਹ ਲੱਗਿਆ ਪੋਸਟੋ ਤਾਂ ਹੋਊਗਾ ਦ੍ਰਿਤੋ ਵਾਲੇ ਤੇ, ਕ੍ਰੋਸ ਕਿਹਦੇ ਨਾਲ ਕਰ ਰਿਹਾ? ਜਿਹੜਾ ਛੋਟੀਆਂ ਜੀ ਲੈਣ ਹੈ ਉਹ ਜਿਹੜੇ ਸੈਂਸਾ ਨਾਲ ਦ੍ਰਿਤੋ। ਦੂਸਰੇ ਜੁੜਦੇ ਆ ਸਕੰਦਰੀ ਇਸ ਤਰ੍ਹਾਂ ਦੇ, ਉਹਨਾਂ ਹਾਂ ਨਾਲ। ਧਿਆਨ ਰੱਖਣਾ, ਜਦੋਂ ਇੰਕਰੋਚੋ ਕਹਿ ਦੇਵੇ, ਚਾਹੇ ਇੰਕਰੋਚੋ ਕੌਣ ਉਹਨਾਂ ਸਤਰਾਦਾ ਕਹਿ ਦੇਵੇ, ਤਾਂ ਕ੍ਰੋਸ ਕਿਹਦੇ ਨਾਲ ਹੋ ਰਿਹਾ ਤਾਂ ਵੀ ਉਹ ਦੂਸਰੇ ਰੋਡ ਤੇ ਧਿਆਨ ਮਾਰਨਾ ਹੈ। ਚਾਹੇ ਸਤਰਾਦਾ ਕੇਸੀ ਇੰਕਰੋਚਾ ਕਹਿ ਦੇਵੇ, ਸਤਰਾਦਾ ਕੇਸੀ ਇੰਕਰੋਚਾ ਕਹਿ ਦੇਵੇ, ਉਹਦਾ ਮਤਲਬ ਵੀ ਸਤਰਾਦਾ ਜਿਹੜਾ ਕ੍ਰੋਸ ਕਰ ਰਿਹਾ ਉਹ ਵੀ ਦੂਸਰਾ ਛੋਟਾ ਰੋਡ ਹੈ, ਉਹ ਵੀ ਸੈਂਸਾ ਦ੍ਰਿਤੋ ਕੀ ਕਹਿੰਦੇ ਹੁੰਦੇ ਆ, ਮਿਨੋਰੇ ਇੰਪੋਰਟਾਂਸਾ ਸੈਕੰਡਾਰੀਆ। ਧਿਆਨ ਰੱਖਣਾ ਇਹ ਲੱਗਿਆ ਬਸ ਦ੍ਰਿਤੋ ਦੇ ਉੱਪਰ ਹੋਊਗਾ, ਲੱਗਿਆ ਦ੍ਰਿਤੋ ਉੱਪਰ ਹੋਊਗਾ। ਹੌਲੀ ਫੇਰ ਵੀ ਕਰਨਾ ਹੈ, ਸੱਜੇ ਆਪਾਂ ਮੁੜ ਸਕਦੇ ਹਾਂ, ਖੱਬੇ ਵੀ ਮੁੜ ਸਕਦੇ ਹਾਂ, ਹੌਲੀ ਅਸੀਂ ਕਰਨਾ ਹੈ, ਪਹਿਲ ਸਾਡੀ ਹੈ ਪਰ, ਠੀਕ ਹੈ ਨਾ। ਜਿਹੜਾ ਰੋਡ ਕ੍ਰੋਸ ਕਰ ਰਿਹਾ ਹੈ, ਜਿਹੜਾ ਰੋਡ ਕ੍ਰੋਸ ਕਰ ਰਿਹਾ ਉਹਨਾਂ ਉੱਪਰ ਸਟਾਪ ਜਾਂ ਦਾਰੇ ਪ੍ਰੈਜ਼ੀਡੈਂਸ ਲੱਗੇ ਹੋਗੇ। ਇਹ ਤੁਹਾਡੇ ਹੁਣ ਧਿਆਨ ਆ ਗਿਆ ਹੋਣਾ। ਇੰਕਰੋਚੋ ਕੌਣ ਹੋਣਾ ਸਤਰਾਦਾ ਸੈਂਸਾ ਦ੍ਰਿਤੋ, ਹਾਂ ਸੈਂਸਾ ਦ੍ਰਿਤੋ ਦੇ ਨਾਲ ਅਸੀਂ ਕ੍ਰੋਸ ਕਰ ਰਹੇ ਹਾਂ। ਵੇਰੋ ਸਵਾਲ ਹੈ। 19ਵਾਂ ਸਵਾਲ ਦੇਖਦੇ ਹਾਂ ਹੁਣ। ਇਲ delineatore raffigurato è un segnale complementare। ਹਾਂਜੀ ਵੈਰੋ ਇਹ ਤਾਂ ਕੰਪਲੀਮੈਂਟਰੀ ਸਾਈਨ ਆ, ਉਹੀ ਜਿਹੜੇ ਵਿਜ਼ੀਬਿਲਟੀ ਵਾਸਤੇ ਹੁੰਦੇ ਆ। ਕਿੱਥੇ ਲੱਗਿਆ ਹੁੰਦਾ ਇਹ ਵੀ? ਗੈਲਰੀਆਂ ਵਿੱਚ ਲੱਗੇ ਹੁੰਦੇ ਆ, ਜਾਂ ਜਿਸ ਤਰ੍ਹਾਂ ਦੇ ਥੋੜੇ ਤੰਗ ਹੋਣ ਉੱਥੇ ਵੀ ਲਾ ਸਟ੍ਰਿਕਟ ਹੋਈ ਆ, ਹਾਂ ਤੰਗ ਰੋਡ ਜਾਂ ਗੈਲਰੀ ਦੇ ਵਿੱਚ ਇਹ ਸੈਂਸੋਨੀਕੋ ਗੈਲਰੀ 'ਚ ਲੱਗੇ ਹੁੰਦੇ ਆ। ਤਾਂ ਇਹ ਹੋ ਗਿਆ, ਇਹ ਤਾਂ ਵੇਰੋ ਹੀ ਆ। 20ਵਾਂ ਸਵਾਲ, la distanza di sicurezza deve essere tale। ਪਹਿਲਾਂ ਤਾਂ ਇੰਨਾ ਹੀ ਬੋਲਣਾ, ਡਿਸਟੈਂਸ ਸੇਫਟੀ ਵਾਲੀ deve essere ਹੋਣੀ ਚਾਹੀਦੀ ਹੈ, ਤਾਲੇ ਇੰਨੀ, ਤਾਲੇ ਇੰਨੀ ਹੋਣੀ ਚਾਹੀਦੀ। ਕਿੰਨੀ ਹੋਣੀ ਚਾਹੀਦੀ ਹੈ? da riuscire a fermare in tempo il veicolo in caso di pericolo। ਦੱਸੋ। ਹਾਂਜੀ ਵੀ ਖੜਨ ਤੱਕ ਰੁਕ ਜੇ ਗੱਡੀ, ਖਲਾਰਨ ਤੱਕ ਜੇ ਜਦੋਂ ਵੀ ਖਤਰੇ ਤੋਂ ਪਹਿਲਾਂ ਪਹਿਲਾਂ ਗੱਡੀ ਦੀ ਖਲਾਰ ਸਕੋ ਆਪਣੀ। ਬਿਲਕੁਲ ਸਹੀ ਹੈ, ਕਹਿਰ ਹੋ ਗਿਆ। ਬਿਲਕੁਲ ਸਹੀ ਹੈ। ਹਾਂ ਕਿ ਰਿਊਸ਼ੀਰੋ ਸਕੋ, ਰੋਕ ਟਾਈਮ ਦੇ ਵਿੱਚ ਗੱਡੀ ਨੂੰ, ਇਹ ਨਹੀਂ ਵੀ ਗੱਡੀ ਚੜ ਗਈ ਫੇਰ ਰੁਕੀ, ਫਿਰ ਉਹ ਸੇਫਟੀ ਵਾਲੀ ਡਿਸਟੈਂਸ ਨਹੀਂ। ਰੋਕ ਸਕੋ ਜਿਹਨੂੰ ਆਪਾਂ ਨਾਰਮਲ ਕਹਿ ਦਿੰਦੇ ਆ ਇਨ ਕੰਡੀਸ਼ਨੇ ਦੀ ਸਿਕਿਉਰਿਸਾ, ਸਿਕਿਉਰਿਟੀ ਦੀ ਕੰਡੀਸ਼ਨ 'ਚ ਰੁਕ ਜਾਵੇ, ਜਾਂ ਕਈ ਵਾਰ ਕਹਿੰਦੇ ਇਨ ਕੰਪੋ ਦੀ ਵਿਜ਼ੀਬਿਲਟੀ ਦੇ ਏਰੀਆ ਦੇ ਵਿੱਚ ਰੁਕ ਜਾਵੇ। ਇਹ ਨਾ ਹੋਵੇ ਵੀ ਮੋੜ ਤੋਂ ਬਾਅਦ ਜਾ ਕੇ ਜਦੋਂ ਰੁਕਿਆ ਤੁਹਾਨੂੰ ਪਤਾ ਨਹੀਂ ਕੀ ਖੜਾ ਸੀ ਉੱਥੇ। ਤਾਂ ਇਹ ਵੀ ਕਹਿ ਸਕਦੇ ਫਿਰ ਮਾਰੇ ਇਨ ਟੈਂਪੋ, ਟਾਈਮ ਦੇ ਵਿੱਚ ਰੁਕ ਸਕੇ।
ਠੀਕ ਹੈ ਗੱਲ ਇਹ। ਖਤਰੇ ਹੋਣ ਤੋਂ ਪਹਿਲਾਂ ਰੋਕ ਸਕੇ ਗੱਡੀ। ਇੰਨੀ ਹੋਣੀ ਚਾਹੀਦੀ ਹੈ। ਇਹ ਡਿਪੈਂਡ ਕਿਸ ਤੇ ਕਰਦੀ ਹੈ? ਬਹੁਤ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਸਾਡੀ ਸਪੀਡ ਕਿੰਨੀ ਹੈ, ਸਾਡੀ ਹਾਲਤ ਕਿੱਦਾਂ ਦੀ ਹੈ, ਰੋਡ ਕਿੱਦਾਂ ਦਾ, ਮੌਸਮ ਕਿੱਦਾਂ ਦਾ ਹੈ, ਬ੍ਰੇਕਾਂ ਕਿੱਦਾਂ ਦੀਆਂ, ਟਾਇਰ ਕਿੱਦਾਂ ਦੇ, ਕਿੰਨਾ ਕੁ ਸਮਾਨ ਲੱਗਿਆ। ਹਾਂਜੀ ਹਾਂ ਕਾ ਸਮਾਨ ਕਿੰਨਾ ਹੈ, ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਇਹ। 20ਵਾਂ ਸਵਾਲ ਠੀਕ ਹੈ ਇਹ। ਚਲੋ 21ਵਾਂ ਸਵਾਲ ਦੇਖਦੇ ਹਾਂ। 21ਵਾਂ ਸਵਾਲ, il sorpasso overtake si effettua ਕਰੋ ਜਾਂ ਕਰਦੇ ਆ tenendo una adeguata distanza laterale dal vicolo che si sorpassa। ਵੇਰੋ ਓਵਰਟੇਕ ਕਰੋ ਰੱਖਦੇ ਹੋਏ ਇੱਕ ਸਹੀ ਡਿਸਟੈਂਸ, ਅਧਿਕਵਾਤਾ ਡਿਸਟੈਂਸ ਦਾ ਸਹੀ ਡਿਸਟੈਂਸ ਸਾਈਡ ਤੋਂ, ਸਹੀ ਡਿਸਟੈਂਸ ਸਾਈਡ ਤੋਂ ਦਲ ਵਹੀਕਲੋ ਕਿਸੇ ਸਰਪਾਸਾ ਜਿਹਨੂੰ ਤੁਸੀਂ ਓਵਰਟੇਕ ਕਰ ਰਹੇ ਹੋ। ਬਿਲਕੁਲ ਸਹੀ ਡਿਸਟੈਂਸ ਸਾਈਡ ਤੋਂ ਰੱਖਣੀ ਚਾਹੀਦੀ ਹੈ, ਸਾਈਡ ਤੋਂ ਵੀ ਰੱਖਣੀ ਚਾਹੀਦੀ, ਪਿੱਛੋਂ ਵੀ ਰੱਖਣੀ ਚਾਹੀਦੀ, ਸਾਈਡ ਤੋਂ ਵੀ ਰੱਖਣੀ ਚਾਹੀਦੀ। ਗੱਲ ਠੀਕ ਹੈ। ਜੇ ਸਾਈਡ ਤੋਂ ਨਹੀਂ ਰੱਖ ਸਕਦੇ ਸਾਈਡ ਤੋਂ ਵੀ ਟੱਕਰ ਹੋ ਸਕਦੀ ਹੈ, ਪਿੱਛੋਂ ਨਹੀਂ ਰੱਖਦੇ ਤਾਂ ਪਿੱਛੋਂ ਵੀ ਟੱਕਰ ਹੋ ਸਕਦੀ ਹੈ। ਰੀ ਐਂਟਰ ਕਰਨ ਵੇਲੇ ਵੀ ਡਿਸਟੈਂਸ ਰੱਖਣੀ ਪੈਂਦੀ ਹੈ, ਉਦੋਂ ਵੀ ਟੱਕਰ ਹੋ ਸਕਦੀ ਹੈ। ਤਾਂ ਇਹ ਗੱਲਾਂ ਠੀਕ ਹੀ ਹੈ 21ਵਾਂ ਵੇਰੋ। ਬਾਕੀ ਆਪਣੀ ਸਪੀਡ ਨੂੰ ਸੈੱਟ ਕਰ ਲਓ। ਹੁਣ ਕਰਦੇ ਹਾਂ 22ਵਾਂ ਸਵਾਲ। ਇਲ ਸਿੰਬolo raffigurato indica ਕਰਦਾ ਕਿ comando button per azionare segnalazione luminosa di pericolo। ਇਹ ਬਟਨ ਕਾਹਦੇ ਵਾਸਤੇ ਹੈ? ਕਮਾਂਡੋ ਬਟਨ ਹੈ ਔਨ ਕਰਨ ਵਾਸਤੇ। ਕੁਆਟਰੋ ਫ੍ਰੈਚੇ ਜਿਹਨੂੰ segnalazione luminosa di pericolo ਕਹਿੰਦੇ ਆ। ਬਿਲਕੁਲ ਠੀਕ ਹੈ। ਚਾਰੋਂ ਇੰਡੀਕੇਟਰ ਜਗ ਜੂਗੇ ਇਹਦੇ ਨਾਲ। ਇਹ ਸਿਰਫ ਐਮਰਜੈਂਸਾ ਦੇ ਵਿੱਚ ਹੀ ਜਗਾਣਾ, ਐਮਰਜੈਂਸੀ 'ਚ ਜਾਂ ਆਪਾਂ ਧੁੰਦ ਦੇ ਵਿੱਚ ਸਵਾਲ ਆਉਂਦੇ। ਬਾਕੀ ਆ ਜਿਹੜੇ ਸਵਾਲ ਜਿਹੜੇ ਸਾਰੇ ਫਾਲਸੂ ਹੀ ਹੈਗੇ ਆ, ਸਿਰਫ ਆਪਾਂ ਧੁੰਦ ਦੇ ਵਿੱਚ ਜਗਾਣਾ। ਇੱਕ ਸਵਾਲ ਵਿੱਚ ਇਹੀ ਸਵਾਲ 'ਚ ਆਉਂਦਾ ਇਹ ਇੱਕ ਬਟਨ ਹੈ ਫਿਰ azionare segnale mobile di pericolo, segnale mobile di pericolo ਜਿਹਨੂੰ ਆਪਾਂ ਟ੍ਰਾਇੰਗਲੋ ਕਹਿੰਦੇ, ਟ੍ਰਾਇੰਗਲੋ ਪਲਾਸਟਿਕ ਦਾ। ਉਹ ਸਵਾਲ ਗਲਤ ਹੈ। segnale mobile di pericolo ਨਹੀਂ, segnalazione luminosa di pericolo, ਦੋਨਾਂ 'ਚ ਫਰਕ ਹੈ ਨਾ। ਇਹ ਸਵਾਲ ਆਪਣਾ ਗਲਤ ਨਹੀਂ ਵੇਰੋ ਸਵਾਲ ਹੈ ਇਹ, ਕਿਉਂਕਿ ਕੁਆਟਰੋ ਫ੍ਰੈਚੇ ਚਲਾਉਣ ਵਾਸਤੇ ਕੰਮ ਆਉਂਦਾ। ਠੀਕ ਹੈ ਜੀ। 23ਵਾਂ ਸਵਾਲ, l'assunzione di bevande superalcoliche durante un pasto abbondante non compromette la facoltà di guida। ਫਾਲਸਾ ਹੈ। ਸਵਾਲ ਬਿਲਕੁਲ ਫਾਲਸੋ ਹੈ। ਅਸੂਸੀਓਨੇ ਮਤਲਬ ਲੈਣਾ, ਬਿਵਾਂਦੇ ਡਰਿੰਕ, ਸੁਪਰ ਐਲਕੋਹਲਿਕ ਬੜੇ ਨਸ਼ੇ ਵਾਲੇ। ਤਾਂ ਬਹੁਤ ਨਸ਼ੇ ਵਾਲਾ ਮਤਲਬ ਸ਼ਰਾਬ ਪੀਣਾ ਦੁਰਾਂਤੇ ਵੇਲੇ, ਜਦੋਂ ਤੁਸੀਂ ਖਾਣਾ ਅਬੋਂਦਾਂਤੇ ਬਹੁਤ ਜ਼ਿਆਦਾ ਖਾ ਲਿਆ। ਜੇ ਬਹੁਤ ਜ਼ਿਆਦਾ ਖਾਣਾ ਖਾ ਲਿਆ ਤੇ ਬਹੁਤ ਜ਼ਿਆਦਾ ਨਸ਼ਾ ਲੈ ਲਿਆ ਤਾਂ ਨਹੀਂ ਰੋਕਦੇ ਜਾਂ ਨਹੀਂ ਕੰਪਰੋਮਾਈਜ਼ ਕਰਨਾ, ਕੰਪਰੋਮਾਈਜ਼ ਹੁੰਦਾ ਉਹਦੇ ਨਾਲ, ਤਾਂ ਆਪਾਂ ਨਹੀਂ ਰੋਕਦੇ। ਅਤੇ ਨਹੀਂ ਬਿਲਕੁਲ ਰੋਕਿਆ ਜਾਊਗਾ। ਨਸ਼ਾ ਹੈ ਤਾਂ ਕੰਪਰੋਮਿਤੇ ਹੋਊਗਾ। ਨਸ਼ਾ ਜਦੋਂ ਗਿਆ ਤਾਂ ਨਸ਼ੇ 'ਚ ਬਾਕੀ ਹੋਰ ਵੀ ਹੈ ਨਾ, ਹੈਰੋਇਨ, ਕੋਕੀਨ, ਆਲੂਚੀਨੋਜਨੀ, ਕਿਹੜੇ ਵਰਡ ਹੈਗੇ, ਉਹ ਸਾਰੇ ਨਸ਼ੇ ਉਹ ਸਾਰੇ ਕੰਪਰੋਮਿਤੇ ਕਰਦੇ ਆ, ਰੋਕਦੇ ਆ। ਤੇ ਕਹਿੰਦਾ ਨਹੀਂ ਰੋਕਦਾ, ਤਾਂ ਇਹ ਸਵਾਲ ਹੋ ਗਿਆ ਆਪਣਾ ਗਲਤ। 24ਵਾਂ ਸਵਾਲ ਦੇਖੋ, ਪੇਰ ਸਮੋਂਤਾਰੇ una ruota, ਪੇਰ ਸਮੋਂਤਾਰੇ ਖੋਲਣ ਵਾਸਤੇ una ruota ਦਾ sostituire ਚੇਂਜ ਕਰਨਾ ਹੈ, ਯਾਨੀ ਕਿ ਪੈਂਚਰ ਹੋ ਗਿਆ ਚੇਂਜ ਕਰਨਾ ਹੈ। ਬਿਜ਼ੋਨੀਆ ਫਿਸਾਰੇ ਇਲ ਮਾਰਟੀਨੇਟੋ, ਜ਼ਰੂਰੀ ਹੈ ਫਿਕਸ ਕਰੋ ਜੈਕ ਨੂੰ, ਕ੍ਰਿਕ ਨੂੰ। ਕਿੱਥੇ? ਇਨ ਉਨ ਪੁੰਤੋ ਕੁਆਲਸੀਏਸੀ, ਕੋਈ ਵੀ ਪੁਆਇੰਟ, ਕੋਈ ਵੀ ਪੁਆਇੰਟ, ਪੁੰਤੋ ਕੁਆਲਸੀਏਸੀ del longerone del vicolo। ਇਹ ਸਵਾਲ ਫਾਲਸੋ ਹੀ ਹੈ, ਕਿਉਂਕਿ ਜਦੋਂ ਵੀ ਅਸੀਂ ਖੋਲਣਾ ਹੈ, ਫਿਕਸ ਟਾਇਰ ਖੋਲਣਾ ਹੈ, ਤਾਂ ਅਸੀਂ ਜੈਕ ਤਾਂ ਲਾਵਾਂਗੇ। ਅਸੀਂ ਲਾਵਾਂਗੇ ਜਿਹੜਾ ਟਾਇਰ ਪੈਂਚਰ ਹੋਇਆ ਉਹਦੇ ਨੇੜੇ ਕੋਈ ਨਾ ਪੁਆਇੰਟ ਤਾਂ ਹੁੰਦੇ 4-5 ਉਹਦੇ ਲੋਂਗੇ ਰੋਨੇ ਜਾਣੀ ਕਿ ਗੱਡੀ ਦੀ ਬਾਡੀ ਦੇ। ਤਾਂ ਆਪਾਂ ਪਿਓ ਵਿਚੀਨੋ ਰੋਤਾ ਜਿਹੜਾ ਸੁਸਤੀਤੂਰੇ ਕਰਨਾ ਉਹਦੇ ਬੜਾ ਨੇੜੇ ਜੈਕ ਲਾਵਾਂਗੇ, ਤਾਂ ਹੀ ਉਹ ਟਾਇਰ ਚੱਕ ਹੋਊਗਾ। ਜੇ ਕਿਸੇ ਵੀ ਪੁਆਇੰਟ ਤੇ ਲਾ ਜੂ ਤਾਂ ਕੋਈ ਦੂਸਰਾ ਟਾਇਰ ਚੱਕ ਹੋ ਜਾਊਗਾ। ਤਾਂ ਪੁੰਤੋ ਕੁਆਲਸੀਏਸੀ ਨਹੀਂ, ਪਿਓ ਵਿਚੀਨੋ ਰੋਤਾ ਦਾ ਸੁਸਤੀਤੂਰੇ, ਜਿਹੜਾ ਟਾਇਰ ਚੇਂਜ ਕਰਨਾ। ਤੇ ਇਹ ਹੋ ਗਿਆ, ਉਹ ਹੋ ਗਿਆ। ਬਾਕੀ ਆਪਾਂ ਕਹਿੰਦੇ ਹੁੰਦੇ ਜਦੋਂ ਵੀ ਅਸੀਂ ਟਾਇਰ ਚੇਂਜ ਕਰਨਾ ਹੈ ਪੈਂਚਰ ਟਾਇਰ ਨੂੰ, ਪਹਿਲਾਂ ਤਾਂ ਕਹਿੰਦੇ ਹੁੰਦੇ ਆਪਾਂ ਗੱਡੀ ਨੂੰ ਕਰੇ ਯਾਤਰਾ ਤੋਂ ਬਾਹਰ ਕੱਢੋ, ਸਟੇਬਲ ਜਗ੍ਹਾ ਹੋਵੇ, ਪੁਲੀ ਨਾ ਹੋਵੇ ਨਾ, ਓਰੀਜ਼ੋਨਟਾਲੇ ਰੋਡ ਨਾ ਹੋਵੇ, ਓਰੀਜ਼ੋਨਟਾਲੇ ਜਗ੍ਹਾ ਹੋਵੇ, ਸਵਾਰੀਆਂ ਨੂੰ ਲਾ ਦਿਓ। ਫਿਰ ਆਪਾਂ ਕਹਿੰਦੇ ਆ ਪਹਿਲਾਂ ਜੈਕ ਨਾਲ ਚੱਕਣ ਤੋਂ ਪਹਿਲਾਂ ਢਿੱਲੇ ਕਰੋ, ਪਹਿਲਾਂ ਢਿੱਲੇ ਕਰ ਲਓ ਅਲੰਤਾਰੇ ਲੈਜਰਮੈਂਟ, ਫਿਰ ਕ੍ਰਿਕ ਨਾਲ ਚੱਕ ਕੇ ਫਿਰ ਬਾਹਰ ਕੱਢ ਕੇ ਟਾਇਰ ਬਦਲਤਾ। ਫਿਰ ਥੱਲੇ ਕਰਨ ਤੋਂ ਪਹਿਲਾਂ ਸਟ੍ਰਿੰਜਰੇ ਲੈਜਰਮੈਂਟ ਤੇ ਹਲਕੇ ਹਲਕੇ ਕੱਸ ਦੇਣੇ,
ਫਿਰ ਜੈਕ ਲਾ ਕੇ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਕੱਸਣਾ। ਤਾਂ ਅਲੈਂਤਾਰੇ ਲੈਜਰਮੈਂਟੇ ਤੇ ਸਟ੍ਰਿੰਜਰੇ ਲੈਜਰਮੈਂਟੇ ਇੱਕ ਵਾਰ ਕਰਕੇ ਫਿਰ ਹੀ ਕੰਪਲੀਟ ਕਰਨਾ ਹੈ। ਤੇ ਅਵਿਤਾਰੇ ਦੀ ਮੇਤਰ ਸੀ ਸੋਤੋਂ ਇੱਕ ਵਰਡ ਆਉਂਦਾ, ਅਵਿਤਾਰੇ ਬਚੋ ਮੇਤਰ ਸੀ ਸੋਤੋਂ ਥੱਲੇ ਬਣਨਾ, ਜੈਕ ਦੇ ਥੱਲੇ ਨਾ ਵੜ ਜਾਓ ਗੱਡੀ ਦੇ, ਕਿਉਂਕਿ ਉਹ ਖੁੱਲ ਸਕਦਾ ਹੈ, ਰੁੜ ਸਕਦਾ ਹੈ ਨਾ, ਡਿੱਗ ਸਕਦਾ ਜੈਕ ਵੀ ਸਾਈਡ ਸੂਟ ਤੇ। ਤਾਂ ਅਵਿਤਾਰੇ ਦੀ ਮੇਤਰ ਸੀ ਸੋਤੋਂ ਥੱਲੇ ਵੜਨ ਤੋਂ ਬਚੋ, ਜੈਕ ਦੇ ਲੱਗੇ ਹੋਏ ਗੱਡੀ ਦੇ ਥੱਲੇ ਨਾ ਵੜੋ। ਤਾਂ ਇਹ ਗੱਲ ਠੀਕ ਹੈ। ਇਹ ਕਹਿੰਦਾ ਪੁੰਤੋ qualsiasi ਤੇ ਲਾ ਦੋ ਤਾਂ ਸਵਾਲ ਇਹ ਗਲਤ ਹੋਊਗਾ, ਕਿਸੇ ਪੁਆਇੰਟ ਤੇ ਨਹੀਂ, più vicino ਉਸ ਤੇ ਆਊਗਾ। 25ਵਾਂ ਸਵਾਲ, il segnale raffigurato pronuncia ਕਰਦਾ ਹੈ diritto di precedenza nei sensi unici alternati। ਅੱਛਾ ਪਹਿਲ ਦਾ ਹੱਕ senso unico alternato। ਇਹ diritto di precedenza ਨਹੀਂ, ਕੀ ਹੈ ਇਹ? ਦਾਰੇ precedenza। ਇਹ ਦਾਰੇ precedenza ਹੈ, diritto di precedenza ਨਹੀਂਗਾ। diritto ਵਾਲਾ ਉਹ ਨੀਲਾ ਬੋਰਡ ਹੁੰਦਾ ਹੈ। ਬਸ ਇੰਨੀ ਗੱਲ ਹੈ। ਇਹ ਚ ਆਪਾਂ ਸਾਹਮਣੇ ਵਾਲੇ ਨੂੰ ਪਹਿਲ ਦੇਣੀ ਹੈ। ਤੇ ਰੋਡ ਕਿਹੜਾ ਸੀਗਾ? ਦੋਪੀਓ ਸੈਂਸੋ, ਥੋੜੀ ਦੇਰ ਵਾਸਤੇ ਉਹ ਸੈਂਸੋ ਉਨਿਕੋ ਬਣਿਆ। ਸਾਹਮਣੇ ਵਾਲੇ ਤੋਂ ਆਪਾਂ ਪਹਿਲ ਦੇਣੀ ਹੈ। ਦੇਵੇਦਾਰੇ ਪ੍ਰੈਜ਼ੀਡੈਂਸਾ ਵੀਕੋਲੀ ਦੀ ਫਰੰਟ ਤੇ, ਜਿਹੜੇ ਫਰੰਟ ਤੋਂ ਆ ਰਹੇ ਆ, ਬਸ ਇੰਨੀ ਗੱਲ ਹੈ। ਹਾਂ, ਜੇ ਉੱਥੇ ਸਮਾਫਰੋ ਲੱਗਿਆ ਫਿਰ ਸਮਾਫਰੋ ਦੀ ਚੱਲੂਗੀ, ਜੇ ਉੱਥੇ ਏਜੰਟੇ ਖੜਿਆ ਫਿਰ ਏਜੰਟੇ ਦੀ ਚੱਲੂਗੀ, ਫਿਰ ਨਹੀਂ ਬੋਰਡ ਦੇਖਣੇ ਅਸੀਂ। ਸਮਾਫਰੋ ਕਹੂਗਾ ਜਾਓ ਤਾਂ ਸਮਾਫਰੋ ਕਹੂਗਾ ਹਰੀ ਲਾਈਟ, ਆਪਾਂ ਕਹਾਂਗੇ ਅਬਿਆਮੋ ਲਾ ਪ੍ਰੈਜ਼ੀਡੈਂਸਾ, ਸਾਡੀ ਪਹਿਲ ਹੈ। ਏਜੰਟੇ ਕਹੂਗਾ ਜਾਓ, ਅਸੀਂ ਕਹਾਂਗੇ ਅਬਿਆਮੋ ਲਾ ਪ੍ਰੈਜ਼ੀਡੈਂਸਾ। ਪਰ ਜੇ ਲਾਈਟ ਖਰਾਬ ਹੈ, ਲੰਪੇ ਜਾਂਤੇ ਹੈ, ਸਪੈਂਤੋ ਹੈ, ਤੇ ਜਾਂ ਲੰਪੇ ਜਾਂਤੇ ਸਪੈਂਤੋ ਜਾਂ ਗੁਆਸਤੋ ਹੈ, ਫਿਰ ਆਪਾਂ ਬੋਰਡ ਦੇਖਣਾ। ਬੋਰਡ ਕਾਹਦਾ ਹੈ? ਡੋਬਿਆਮੋ ਦਾਰੇ ਲਾ ਪ੍ਰੈਜ਼ੀਡੈਂਸਾ, ਡੋਬਿਆਮੋ ਦਾਰੇ ਲਾ ਪ੍ਰੈਜ਼ੀਡੈਂਸਾ। ਇਹ ਤਾਂ ਪਤਾ ਹੀ ਹੈ ਤੁਹਾਨੂੰ। ਤਾਂ ਇਹ ਸਵਾਲ ਆਪਣਾ ਜਿੱਦਾਂ ਦਾ ਵੀ ਹੋਗਾ ਠੀਕ ਹੈ। 26ਵਾਂ ਸਵਾਲ, il segnale raffigurato previsa ਕਰਦਾ ਹੈ due determinate destinazioni। ਵੈਰੋ vero, ਇਹ ਸਾਈਨ ਦੱਸਦਾ ਦੋ ਨਿਰਧਾਰਿਤ ਡੈਸਟੀਨੇਸ਼ਨ, ਦੋ ਚੁਣੇ ਹੋਏ ਡੈਸਟੀਨੇਸ਼ਨ। ਆਹੋ, ਜਾਂ ਬਲੋਨੀਆ ਨੂੰ ਜਾ ਰਿਹਾ ਜਾਂ ਲਿਨਾਤੇ 에ਅਰਪੋਰਟ ਦਾ ਉਸ਼ੀਤਾ ਆ ਗਿਆ। ਬਸ ਇਹ ਉਸ਼ੀਤਾ ਹੈ, ਲਿਨਾਤੇ ਦਾ ਉਸ਼ੀਤਾ ਆ ਗਿਆ ਆਟੋਸਟਰਾ ਦੇ ਉੱਪਰ, ਬਸ ਇੰਨੀ ਗੱਲ ਹੈ। ਉਸ਼ੀਤਾ ਆਇਆ, 에ਅਰਪੋਰਟ ਦੇ ਨੇੜੇ ਨਹੀਂ ਪਹੁੰਚ ਗਏ, ਪਟਰੀ ਨੇੜੇ ਉਸ਼ੀਤਾ ਆਇਆ। ਉਸ ਤੋਂ ਬਾਅਦ 20, 50, 40 ਕਿੰਨੇ ਕਿਲੋਮੀਟਰ ਬਾਅਦ ਉਹ ਨਹੀਂ ਪਤਾ। ਦੋ ਡਿਟਰਮੀਨਾਤੇ ਆਟੋਸਟਰਾ ਦੇ ਉੱਪਰ ਹੈ। ਇਹ ਵੀ ਹੋ ਗਿਆ ਜੀ। ਤਾਂ ਇਹ ਤਾਂ ਵੇਰੋ ਹੀ ਹੈ। 27ਵਾਂ ਸਵਾਲ, ਲੋ ਸਪਾਸੀਓ ਟੋਟਾਲੇ ਦੀ ਅਰੈਸਟੋ, ਸਪਾਸੀਓ ਟੋਟਲ ਰੋਕਣ ਵਾਲੀ, aumenta se diminuisce la velocità। falso, ਇਹ ਸਵਾਲ ਫਾਲਸੋ ਹੈ। ਟੋਟਲ ਸਪੇਸ ਰੁਕਣ ਵਾਲੀ, ਆਪਾਂ ਕਹਿੰਦੇ ਜਦੋਂ ਆਪਾਂ ਖਤਰਾ ਪਹਿਲਾਂ ਦੇਖਿਆ ਸੀ, ਫਿਰ ਬ੍ਰੇਕ ਮਾਰੀ ਸੀ, ਫਿਰ ਉਸ ਤੋਂ ਬਾਅਦ ਗੱਡੀ ਰੁਕੀ, ਆ ਸਾਰੇ ਪ੍ਰੋਸੈਸ ਵਧੂਗਾ ਜੇ ਸਪੀਡ ਘਟਾ ਦਿੰਨੇ ਆ। ਨਹੀਂ, ਸਪੀਡ ਘਟਾਵਾਂਗੇ ਤਾਂ ਇਹ ਘਟ ਜੂਗੀ ਸਪੇਸ ਸਾਰੀ। ਤਾਂ ਇਹ ਹੋ ਗਿਆ ਜੀ ਫਾਲਸੋ। ਸਪੀਡ ਵਧਾਉਣ ਨਾਲ ਇਹ ਸਪੇਸ ਵੱਧਦੀ ਹੈ, ਸਪੀਡ ਘਟਾਉਣ ਨਾਲ ਘਟਦੀ ਹੈ। ਤਾਂ ਇਹ ਹੋ ਗਿਆ ਜੀ। ਆ ਗੱਡੀਆਂ ਵਾਲੇ ਪਹਿਲਾਂ ਦੋ ਆਉਂਦੇ ਹੁੰਦੇ ਸੀ, ਹੁਣ ਇੱਕ ਆਉਂਦਾ ਪਿਆ ਸਵਾਲ ਹੈ ਨਾ। ਚਲੋ, secondo le norme di precedenza nell'incrocio veicolo B, ਜਿਹੜਾ B ਯਾਨੀ ਕਿ ਕਾਲੀ ਗੱਡੀ, nel impegnare incrocio ਐਂਟਰ ਕਰਨ ਵੇਲੇ deve fermarsi, ਜ਼ਰੂਰੀ ਹੈ ਰੁਕਣਾ al centro di esso, ਸੈਂਟਰ ਦੇ ਵਿੱਚ। vero, ਵੈਰੋ ਕਾਲੀ ਗੱਡੀ ਨੂੰ ਸੈਂਟਰ ਵਿੱਚ ਰੁਕਣਾ ਜ਼ਰੂਰੀ ਹੈ। ਤੁਹਾਨੂੰ ਪਤਾ ਹੀ ਹੈ ਨਾ, ਕਾਲੀ ਨਹੀਂ ਰੁਕਣਾ ਸੈਂਟਰ 'ਚ। ਉੱਦਾਂ ਤੁਹਾਨੂੰ ਪ੍ਰੋਸੈਸ ਵੀ ਪਤਾ ਹੈ। ਸਭ ਤੋਂ ਪਹਿਲਾਂ ਸ਼ੁਰੂ B ਕਰੂਗਾ, ਸੈਂਟਰ 'ਚ ਰੁਕ ਜੂਗਾ। ਜਦੋਂ ਸੈਂਟਰ ਰੁਕਿਆ ਪਿੱਛੋਂ R ਨੇ ਚੱਲ ਜਾਣਾ, R ਜਦੋਂ ਗਿਆ ਫਿਰ D ਤੇ N ਦੋਨਾਂ ਨੇ ਚੱਲ ਜਾਣਾ। ਜਦੋਂ ਇਹ ਚੱਲ ਗਏ ਫਿਰ ਲਾਸਟ ਵਿੱਚ B ਨੇ ਜਾਣਾ। ਤਾਂ ਸਾਰੀ ਕਹਾਣੀ ਬਾਕੀ ਆਪਾਂ ਨੂੰ ਪਤਾ ਹੀ ਹੈ। ਹੁਣ ਇਹ 'ਚ ਪਹਿਲ ਕਿਹਨੂੰ ਦੇਣੀ ਹੈ? R ਨੇ B ਨੂੰ ਪਹਿਲ ਦੇਣੀ ਹੈ, B ਨੇ ਸੈਂਟਰ 'ਚ ਆ ਕੇ N ਨੂੰ ਪਹਿਲ ਦੇਣੀ ਹੈ, N ਨੇ ਪਹਿਲ R ਨੂੰ ਦੇਣੀ ਹੈ, D ਨੇ ਵੀ ਪਹਿਲ R ਨੂੰ ਹੀ ਦੇਣੀ ਹੈ। ਇਹ ਪਹਿਲ ਦਾ ਪ੍ਰੋਸੈਸਰ ਹੋਊਗਾ ਇਹਦੇ ਵਿੱਚ। ਤਾਂ ਸਵਾਲ ਠੀਕ ਸੀਗਾ ਇਹ 28ਵਾਂ, ਤਾਂ ਠੀਕ ਸੀਗਾ। ਚਲੋ 29ਵਾਂ ਸਵਾਲ, circolando dietro un veicolo, ਗੱਡੀ ਦੇ ਪਿੱਛੇ, ਕਿ ਆ ਜਿਹੜਾ ਰੱਖਦਾ ਹੈ ਉਹਨ ਕਾਰੀਕੋ। No, जी ठीक हो? ਹਾਂਜੀ, Patente da mare. ਇੱਕ ਮਿੰਟ ਮਿਊਟ ਕਰ ਦੇਣਾ ਕੋਈ। ਵਹੀਕਲ ਕਿ ਆਉਣ ਕਾਰੀਕੋ ਇਨਸਟੇਬਲ, ਇਨਸਟੇਬਲ ਹੈ ਯਾਨੀ ਕਿ ਡਿੱਗਣ ਵਾਲਾ ਹੈ। ਜਿੱਥੇ ਆਪਾਂ ਕਹਿੰਦੇ ਨੇ ਪੋਕੋ ਸਿਕੂਰੋ sta per cadere, ਡਿੱਗਣ ਵਾਲਾ ਹੈ। bisogna stare attenti soprattutto quando frena o svolta per possibile caduta della merce trasportata। vero, ਤਾਂ ਬਿਲਕੁਲ ਠੀਕ ਹੈ ਇਹ। ਜਦੋਂ ਵੀ ਕੋਈ ਗੱਡੀ ਦਾ ਕਾਰੀਕੋ ਇਨਸਟੇਬਲ ਡਿੱਗਣ ਵਾਲਾ, ਆਪਾਂ ਦੇਖਦੇ ਡੱਬੇ ਡੁੱਬੇ ਡਿੱਗਣ ਵਾਲੇ ਆ, ਸਤਾਰੇ ਅਟੈਂਤੀ ਹੋ ਜਾਓ। ਆਪਾਂ ਕਹਿੰਦੇ ਨੋਨ ਸਤਾਰੇ ਤਰੋਪੋ ਵਿਚੀਨੋ, ਜ਼ਿਆਦਾ ਨੇੜੇ ਵੀ ਨਾ ਜਾਓ, ਤੇ ਉਹਨੂੰ ਸੁਰਪਾਸੋ ਕਰ ਲਓ, ਆਪੇਨਾ ਪੋਸੀਬਲ ਓਵਰਟੇਕ ਕਰ ਲਓ। ਪਲੱਸ ਉਹਨੂੰ ਅਭੀ ਸਾਰੇ ਵਾਰਨਿੰਗ ਵੀ ਦੇ ਦੋ, ਦੱਸ ਦਿਓ ਵੀ ਤੇਰਾ ਸਮਾਨ ਡਿੱਗਣ ਵਾਲਾ ਹੈ,
ਇੰਨੀਆਂ ਕੁ ਗੱਲਾਂ ਹੈ। ਬਾਕੀ ਸਾਰੀਆਂ ਇਹੋ ਹੀ ਵੇਰੋ, ਬਾਕੀ ਤਾਂ ਫਾਲਤੂ ਸਵਾਲ ਫਾਲਸੋ ਹੀ ਹੋਣੇ। ਤੇ ਇਹ ਆਪਣਾ ਸਵਾਲ ਵੇਰੋ ਹੋ ਗਿਆ 29ਵਾਂ। ਲਾਸਟ ਸਵਾਲ 30ਵਾਂ। ਇਨ ਪ੍ਰੈਜ਼ੈਂਸਾ ਦੀ ਤਰਾਤੀ ਦੀ ਸਟਰਾਦਾ ਗੈਚਾਤੀ, ਬਰਫ਼ ਪਈ ਹੋਈ ਹੈ, ਗੈਚੋ ਜੰਮੀ ਹੋਈ ਹੈ, ਉਹਦੀ ਮੌਜੂਦਗੀ 'ਚ ਇਹ opportuno ਸਹੀ ਹੈ। ਇਨ ਸਤਾਰੇ ਲਾ doppia trazione, ਇਨ ਸਤਾਰੇ ਕਰ ਲਓ ਡਬਲ ਖਚਾਈ। ਸੇ ਵੀਕੋਲੋ ਨੈ ਪ੍ਰੋਵਿਸਟੋ, ਜੇ ਗੱਡੀ 'ਚ ਦਿੱਤਾ ਹੋਇਆ ਹੈ। vero, falso ਭਾਜੀ। ਇਹ ਸਵਾਲ ਵੇਰੋ ਸਵਾਲ ਹੈ। ਇਹ doppia trazione ਆਪਾਂ ਕਹਿੰਦੇ ਡਬਲ ਖਚਾਈ, 4x4 ਗੱਡੀਆਂ ਜਿਹੜੀਆਂ ਹੁੰਦੀਆਂ, ਮਤਲਬ ਅਗਲੇ ਟਾਇਰ ਵੀ ਜ਼ੋਰ ਮਾਰੂਗੇ, ਪਿਛਲੇ ਟਾਇਰ ਵੀ ਜ਼ੋਰ ਮਾਰੂਗੇ। ਤਾਂ ਇਹ 4x4 ਗੱਡੀਆਂ ਦੇ ਮਗਰ ਲਿਖਿਆ ਹੁੰਦਾ ਨਾ ਉਹ 'ਚ। ਨਹੀਂ ਤਾਂ ਜ਼ਿਆਦਾਤਰ ਗੱਡੀਆਂ ਦੇ 2 ਟਾਇਰਾਂ ਵਿੱਚ ਹੀ ਪਾਵਰ ਹੁੰਦੀ ਹੈ, ਜਾਂ ਮੋਹਰਲਿਆਂ 'ਚ ਜਾਂ ਪਿਛਲਿਆਂ 'ਚ। ਪਰ ਜੇ ਤੁਹਾਡੀ ਗੱਡੀਆਂ 'ਚ ਜੇ ਬਰਫ਼ ਜੰਮੀ ਹੋਈ ਹੈ ਨਾ ਬਹੁਤ ਜ਼ਿਆਦਾ, ਤਾਂ ਤੁਸੀਂ ਇਨਸਰਟ ਕਰ ਲਓ ਡਬਲ ਖਚਾਈ, ਯਾਨੀ ਕਿ ਚਾਰੋਂ ਟਾਇਰ ਘੁੰਮਣ, ਜ਼ੋਰ ਮਾਰਨ। ਪਰ ਨਾਲ ਕਹਿਣਾ ਪਊਗਾ ਜੇ ਵੀਕੋਲੋ 'ਚ ਪ੍ਰੋਵਿਸਟੋ ਹੈ, ਜ਼ਿਆਦਾਤਰ ਲਿਖਿਆ ਹੁੰਦਾ ਸੇ ਵੀਕੋਲੋ ਨੈ ਦੋਤਾਤੋ, ਜ਼ਿਆਦਾ ਵਰਡ ਇਹ ਆਉਂਦਾ ਹੁੰਦਾ। ਉਹ ਸਵਾਲ ਸਾਰੇ ਵੇਰੋ ਹੈ, ਜੇ ਗੱਡੀ 'ਚ ਦਿੱਤਾ ਹੋਇਆ, ਜੇ ਗੱਡੀ 'ਚ ਦਿੱਤਾ ਹੋਇਆ, ਉਹ ਤਾਂ ਕਹਿਣਾ ਹੀ ਪਊਗਾ, ਹੈ ਨਾ। ਤੇ ਜੇ ਗੱਡੀ 'ਚ ਹੈਗਾ 4x4 ਤਾਂ ਪਾ ਲਓ, ਜੇ ਨਹੀਂ ਗਾ ਤਾਂ ਫਿਰ ਤਾਂ ਧਿਆਨ ਨਾਲ ਜਾਣਾ ਪਊਗਾ। ਹਾਂ, ਸੰਗਲ ਪਾਣੇ ਜ਼ਰੂਰੀ ਹੈ, ਜ਼ਰੂਰੀ ਅਲੱਗ ਚੀਜ਼ ਹੁੰਦੀ ਹੈ। ਜੇ ਆਪਾਂ ਕਹਿੰਦੇ ਦਿੱਤਾ ਹੋਇਆ ਤਾਂ ਜਿੱਦਾਂ ਕਹਦੀ ਮੀਂਹ ਦੇ ਵਿੱਚ ਛਤਰੀ ਲੈ ਲਓ, ਜੇ ਹੈਗੀ ਤਾਂ ਤੁਸੀਂ ਲੈ ਲਓ, ਨਹੀਂ ਹੈ ਤਾਂ ਫਿਰ ਆਪਣਾ ਪ੍ਰਬੰਧ ਤੁਹਾਨੂੰ ਕਰਨਾ ਪਊਗਾ। ਤਾਂ ਹਾਂ, ਸੰਗਲ ਜਿਹੜੇ ਹੈਗੇ ਉਹ ਆਪਾਂ ਨੂੰ ਪਾਣੇ ਪੈਂਦੇ ਆ 2 ਟਾਇਰਾਂ ਉੱਪਰ। ਕਿਹੜੇ? ਰੋਤੇ ਮੋਤਰੀਸ਼ੀ ਜਿਹੜੇ ਜਿਹਨਾਂ 'ਚ ਪਾਵਰ ਹੁੰਦੀ ਹੈ। ਟਾਇਰ ਠੰਡ ਵਾਲੇ 4 'ਚ ਪਾਣੇ ਪੈਂਦੇ ਆ, ਮੇਖਾਂ ਵਾਲੇ ਟਾਇਰ ਵੀ 4 ਟਾਇਰਾਂ 'ਤੇ ਪਾਣੇ ਪੈਂਦੇ ਆ, ਪਰ ਉਹਦਾ ਇੱਕ ਲਿਮਟਿਡ ਟਾਈਮ ਹੀ ਹੈਗਾ, ਨਵੰਬਰ ਤੋਂ ਮਾਰਚ ਅਪ੍ਰੈਲ। ਹਾਂਜੀ, ਐਂਡ ਦੇ ਵਿੱਚ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਜਿੱਦਾਂ ਆਪਾਂ ਸਾਰਾ ਲਾਇਸੈਂਸ ਜਿਨ੍ਹਾਂ ਨੇ ਪੜ੍ਹਿਆ ਹੈ ਨਾ, ਲਗਭਗ ਕੀ ਆਪਾਂ ਸਾਰਾ ਹੀ ਪੂਰਾ ਦਾ ਪੂਰਾ ਸਿਲੇਬਸ, ਸਾਰੇ ਲੈਸਨ ਚੜਾਏ ਹੋਏ ਨੰਬਰ ਵਾਈਜ਼, ਉਹਦੇ ਵਿੱਚ ਲਿੰਕ ਵੀ ਦਿੱਤੇ ਹੋਏ ਅਗਲੇ ਵੀਡੀਓ ਦੇ, ਲਗਭਗ ਵੈਸੇ ਵੀ ਮਿਲ ਜਾਂਦੇ ਆ। ਤੇ ਇਹਦੇ ਪਿੱਛੇ 2 ਮਕਸਦ ਲਾ ਲਓ, ਕਿਉਂਕਿ ਇੱਕ ਤਾਂ ਕਿਉਂਕਿ ਫੋਨ ਆਉਂਦੇ ਕਈ ਵਾਰ, ਕੋਈ ਸਤਾਲੇ ਦਾ ਕੰਮ ਕਰਦਾ, ਕਿਉਂਕਿ ਮੈਂ ਆਪ ਕੰਮ ਕਰਦਾ ਤੇ ਟਾਈਮ ਸਿਰਫ ਸ਼ਾਮ ਦਾ ਹੀ ਹੁੰਦਾ, ਤਾਂ ਕੋਈ ਸ਼ਾਮ ਨਹੀਂ ਕਲਾਸ ਲੈ ਸਕਦਾ, ਕੋਈ ਰੈਸਟੋਰੈਂਟ ਦਾ ਕੰਮ ਕਰਦਾ ਹੈ ਨਾ, ਕਿ ਲੇਡੀਜ਼ ਕੋਲ ਸ਼ਾਮ ਨੂੰ ਟਾਈਮ ਨਹੀਂ ਹੁੰਦਾ, ਤਾਂ ਉਹ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੇਖ ਕੇ YouTube ਦੇ ਉੱਪਰ ਤੁਹਾਡੇ ਕੋਲ ਹਰ ਟਾਈਮ ਅਵੇਲੇਬਲ ਹੈਗਾ। ਰਾਤ ਨੂੰ ਦੇਖੋ 2 ਕਲਾਸਾਂ ਲਾਣੀਆਂ, ਦਿਨ 'ਚ 2 ਲਾ ਲਓ, ਜਿਹਦੇ ਕੋਲ ਜ਼ਿਆਦਾ ਟਾਈਮ ਹੈ, ਤਾਂ ਉਹ ਹਰ ਕਿਸੇ ਨੂੰ ਅਵੇਲੇਬਲ ਰਹਿੰਦਾ ਹੈ। ਤੇ ਬੰਦਾ ਦੁਬਾਰਾ ਪੜ੍ਹ ਸਕਦਾ ਹੈ ਨਾ, ਦੁਬਾਰਾ ਤੋਂ ਵੀਡੀਓ ਦੇਖ ਸਕਦੇ ਤੁਸੀਂ। ਤਾਂ ਉਹ ਜ਼ਿਆਦਾ ਮਤਲਬ ਰਿਜ਼ਲਟ ਤਾਂ ਲਗਭਗ ਸਕੈਦੇ ਰੋਜ਼ ਦੇ 1-2 ਪਾਸ ਹੁੰਦੇ ਹੀ ਆ, ਤੁਸੀਂ ਦੇਖਿਆ ਹੀ ਹੈ YouTube ਉੱਪਰ ਮੈਸੇਜ ਚੜ੍ਹਦੇ ਰਹਿੰਦੇ, ਮੈਨੂੰ ਵੀ ਫੋਨ ਆ ਜਾਂਦਾ। ਤੇ ਇੱਕ ਤਾਂ ਇਹਦਾ ਪੋਸੀਬਿਲਿਟੀ ਹੋ ਜਾਂਦੀ ਆਪਣੇ ਪੜ੍ਹਨ ਦੀ, ਸੌਖਾ ਹੋ ਜਾਂਦਾ। ਤੇ ਦੂਸਰਾ ਕਿਉਂਕਿ ਉਹਦੇ ਪਿੱਛੇ ਕਿਉਂਕਿ ਮੇਰੀ ਰੋਜ਼ਗਾਰ ਵੀ ਹੈਗਾ ਹੈ ਨਾ, ਤਾਂ ਉਸ ਨੂੰ ਪੂਰੇ ਨੂੰ ਫ੍ਰੀ ਦੇ ਉੱਪਰ, ਕਿਉਂਕਿ YouTube ਪਰ ਫ੍ਰੀ ਹੈ ਬਿਲਕੁਲ, ਤੇ ਪੂਰੇ ਦਾ ਪੂਰਾ ਚੜਾਉਣ ਪਿੱਛੇ ਇਹ ਸੀ, ਕਿਉਂਕਿ ਮੈਂ ਇਹੀ ਸੋਚਿਆ ਕਿਉਂਕਿ ਹਰ ਕੋਈ ਆਦਮੀ ਤੁਹਾਡੀ ਮਿਹਨਤ ਦਾ ਮਾਣ ਪਾ ਹੀ ਦੇਊਗਾ, ਇਹ ਸੋਚ ਕੇ। ਕਿਉਂਕਿ ਫੀਸ ਤਾਂ ਚਲੋ ਜਿੰਨੀਆਂ ਵੀ ਲੋਕ ਹਰ ਕੋਈ ਲੈਂਦਾ, ਪਰ ਜਿਹਦੇ ਕੋਲ ਜਿੰਨਾ ਪੋਸੀਬਲ ਹੋਵੇ, ਮੈਂ ਇਹੀ ਰਿਕੁਐਸਟ ਕਰੂੰਗਾ, ਜਿਹਦੇ ਕੋਲ ਜਿੰਨਾ ਪੋਸੀਬਲ ਹੋਵੇ, ਉਹ ਵੀ ਪਾਸ ਹੋਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਇੰਨੀ ਹੈਲਪ ਮਿਲੀ ਹੈ, ਤਾਂ ਕਿਉਂਕਿ ਇਹ ਚੈਨਲ ਸਿਰਫ ਤੁਹਾਡੀ ਸਪੋਰਟ ਦੇ ਉੱਪਰ ਹੀ ਚੱਲਦਾ, YouTube ਇੰਨੀ, ਕਿਉਂਕਿ ਇਹ ਸਿਰਫ ਇਟਾਲੀਅਨ ਲਾਇਸੈਂਸ, ਉਹ ਵੀ ਉਹਨਾਂ ਜਿਨ੍ਹਾਂ ਨੇ ਵੀ ਕਰਨਾ ਹੈ, ਜਿਹਨਾਂ ਨੇ ਕਰ ਲਿਆ ਉਹਨਾਂ ਨੇ ਨਹੀਂ ਦੇਖਣਾ, ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਨੇ ਨਹੀਂ ਦੇਖਣਾ, ਤਾਂ ਸਿਰਫ ਜਿਹਨੇ ਕਰਨਾ ਉਹੀ ਦੇਖੂਗਾ। ਤੇ ਬਹੁਤ ਥੋੜੇ ਲੋਕ ਹੀ ਹੈ ਜਿਹਨੇ ਉਹਨੂੰ ਦੇਖਦੇ ਆ, ਤਾਂ ਕੋਈ ਐਡੀ ਆਮਦਨ YouTube ਦੇ ਥਰੂ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਇੰਨੀ ਨਹੀਂ ਆ ਸਕਦੀ। ਤੇ ਸਿਰਫ ਤੁਹਾਡੀ ਸਪੋਰਟ ਨਾਲ ਹੀ ਇਹ ਚੈਨਲ ਚੱਲੂਗਾ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਸਮਝੇ ਹੋਵੋਗੇ ਤੇ ਆਪਣੀ ਪੋਸੀਬਿਲਿਟੀ ਦੇ ਹਿਸਾਬ ਨਾਲ ਸਪੋਰਟ ਕਰੋਗੇ। ਤੇ ਜੀ, ਤੇ ਮੈਂ ਇਹੀ ਮੰਨੂਗਾ ਕਿ ਮੈਂ ਤੁਹਾਨੂੰ ਗੱਲ ਨੂੰ ਸ਼ਾਇਦ ਸਮਝਾਤਾ ਹੋਊਗਾ ਠੀਕ, ਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ। ਤੇ ਠੀਕ ਹੈ ਜੀ, ਬਾਕੀ ਵੀਡੀਓ ਤੁਹਾਨੂੰ ਇਦਾਂ ਹੀ ਜਿੱਦਾਂ ਵੀ ਸਾਰੇ ਦੇ ਸਾਰੇ ਪੂਰਾ ਲੈਸਨ ਉਦਾਂ ਹੀ ਪਏ ਰਹਿਣੇ ਆ, ਕੋਈ ਆਪਾਂ ਕੱਟਣੇ ਨਹੀਂ ਵੀ ਆਪਾਂ ਅੱਧੇ ਕੱਟ ਦਈਏ ਜਾਂ ਨਹੀਂ, ਇਦਾਂ ਦੀ ਕੋਈ ਸੋਚ ਨਹੀਂ ਹੈਗੀ, ਨਾ ਹੀ ਆਪਾਂ ਕਰਾਂਗੇ। ਤੇ ਪਲੱਸ ਸਕੈਦੇ ਜਿੱਦਾਂ ਆਪਣੇ ਤੁਹਾਡੇ ਆਉਂਦੇ ਰਹਿੰਦੇ ਤੇ ਆਪਾਂ ਉਹਨਾਂ ਨੂੰ ਅਪਲੋਡ ਜਿੱਦਾਂ ਹੀ ਟਾਈਮ ਮਿਲਦਾ ਕਰਦੇ ਰਹੀਦਾ, ਉਹਦਾ ਸਕੈਦਾ ਫੁੱਲ ਦਾ ਫੁੱਲ। ਠੀਕ ਹੈ ਜੀ, ਤੇ ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ ਤੇ ਮੈਸੇਜ ਸੁਣਿਆ। ਤੇ ਹੋਪ ਫੋਰ ਦਾ ਬੈਸਟ, ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਮਿਲਦੇ ਹਾਂ ਜੀ ਅਗਲੇ ਵੀਡੀਓ 'ਚ। ਬਹੁਤ ਬਹੁਤ ਧੰਨਵਾਦ ਜੀ।